ਧਰਤੀ ਵਾਤਾਵਰਣ, ਸਮਾਜਿਕ ਵਿਵਸਥਾ, ਨਿਰਮਿਤ ਵਾਤਾਵਰਣ, ਸਿੱਖਣ ਦੇ ਵਾਤਾਵਰਣ ਅਤੇ ਜਾਣਕਾਰੀ ਵਾਲੇ ਵਾਤਾਵਰਣ ਸ਼ਾਮਿਲ ਹੁੰਦੇ ਹਨ। ਹੁਣ ਬੱਚਿਓ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਵਾਤਾਵਰਣ ਕੀ ਹੈ ਤੇ ਇਸ ਤੋਂ ਬਾਅਦ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਹੁਣ ਅਗਰ ਅਸੀਂ ਕਿਸੇ ਚੀਜ਼ ਨਾਲ ਛੇੜਛਾੜ ਕਰਾਂਗੇ ਤਾਂ ਉਹ ਚੀਜ਼ ਸਾਨੂੰ ਜਿਹੜੀ ਵਾਪਸ ਕੁਛ ਨਾ ਕੁਛ ਨਤੀਜਾ ਤਾਂ ਦਿੰਦੀ ਹੈ। ਭਾਵ ਜੇ ਹੁਣ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਾਂ ਤਾਂ ਕੁਦਰਤ ਵੀ ਸਾਨੂੰ ਕੁਛ ਨਾ ਕੁਛ ਜਿਹੜਾ ਨਤੀਜਾ ਜ਼ਰੂਰ ਦੇਵੇਗੀ। ਜਿਵੇਂ ਕਿ ਹੁਣ ਅਸੀਂ ਪਾਣੀ ਗੰਦਾ ਕਰ ਦਿੱਤਾ, ਫੈਕਟਰੀਜ਼ ਤੋਂ ਨਿਕਲਦਾ ਜਿਹੜਾ ਗੰਦਾ ਪਾਣੀ ਅਸੀਂ ਨਦੀਆਂ ਦੇ ਵਿੱਚ ਅਸੀਂ ਉਹਨਾਂ ਦੇ ਸੀਵਰੇਜ ਦੇ ਪਾਈਪਸ ਜਿਹੜੀਆਂ ਨਦੀਆਂ ਵਿੱਚ ਕਰ ਦਿੰਦੇ, ਉਹਦੇ ਨਾਲ ਕੀ ਹੋ ਰਿਹਾ, ਸਾਡਾ ਪਾਣੀ ਸਾਰਾ ਗੰਦਾ ਹੋ ਰਿਹਾ। ਹਵਾ ਅਸੀਂ ਪ੍ਰਦੂਸ਼ਿਤ ਕਰ ਦਿੱਤੀ, ਮਿੱਟੀ ਵੀ ਅਸੀਂ ਜਿਹੜੀ ਗੰਦਲੀ ਕਰ ਦਿੱਤੀ। ਅਸੀਂ ਆਪਣੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨ ਲਈ ਜਿਹੜਾ ਇਨਵਾਇਰਨਮੈਂਟ ਨੂੰ ਅਸੀਂ ਖਰਾਬ ਕਰ ਰਹੇ ਹਾਂ ਤੇ ਕਿੰਨਾ ਹੀ ਹੱਦ ਤੱਕ ਜਿਹੜਾ ਅਸੀਂ ਵਾਤਾਵਰਨ ਹੈ ਉਹਨੂੰ ਜਿਹੜਾ ਖਰਾਬ ਕਰ ਚੁੱਕੇ ਹਾਂ। ਹੁਣ ਇਹ ਵਾਤਾਵਰਨ ਦੇ ਹੱਥ ਵਿੱਚ ਹੈ ਕਿ ਉਹ ਸਾਨੂੰ ਇਹ ਚੀਜ਼ਾਂ ਵਾਪਸ ਦੇਵੇਗਾ ਜਾਂ ਨਹੀਂ ਦੇਵੇਗਾ। ਹੁਣ ਜਦੋਂ ਬੱਚੋ ਅਸੀਂ ਕੁਦਰਤ ਨੂੰ ਇੰਨਾ ਬੁਰਾ ਬਣਾ ਹੀ ਦਿੱਤਾ ਹੈ ਤੇ ਜਿਸ ਨਾਲ ਜਿਹੜੀ ਗਲੋਬਲ ਵਾਰਮਿੰਗ ਤੇ ਹੋਰ ਬਿਮਾਰੀਆਂ ਸਾਨੂੰ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਜਦੋਂ ਅਸੀਂ ਇਹੋ ਜਿਹਾ ਇਨਵਾਇਰਨਮੈਂਟ ਬਣਾ ਹੀ ਲਿਆ ਹੈ, ਹੁਣ ਅਸੀਂ ਕੀ ਕਰੀਏ? ਸੋ ਬੱਚੋ ਦੱਸੋ ਹੁਣ ਅਸੀਂ ਕੀ ਕਰੀਏ? ਮੈਮ ਅਸੀਂ ਵਾਤਾਵਰਨ ਨੂੰ ਸੰਭਾਲਾਂਗੇ। ਹਾਂਜੀ ਠੀਕ ਹੈ, ਵਾਤਾਵਰਨ ਨੂੰ ਕੌਣ ਸੰਭਾਲੇਗਾ? ਵਾਤਾਵਰਨ ਨੂੰ ਮੈਮ ਅਸੀਂ ਸਾਰੇ ਮਿਲ ਕੇ ਸੰਭਾਲਾਂਗੇ। ਹਾਂਜੀ ਮੈਮ ਅਸੀਂ ਮਨੁੱਖ ਸੰਭਾਲਾਂਗੇ। ਹਾਂਜੀ ਕੌਣ? ਅਸੀਂ ਮਨੁੱਖ, ਅਸੀਂ ਸੰਭਾਲਾਂਗੇ। ਤੇ ਇਤਿਹਾਸ ਵੀ ਗਵਾਹ ਹੈ ਕਿ ਸਾਡੇ ਵਿੱਚੋਂ ਕਈ ਲੋਕ ਜਿਹੜੇ ਆ ਇਸ ਚੀਜ਼ ਨੂੰ ਜਿਹੜੇ ਸੰਭਾਲਦੇ ਆਏ ਹਨ। ਠੀਕ ਹੈ, ਜਿਹੜੇ ਇਨਵਾਇਰਨਮੈਂਟ ਨੂੰ ਸੰਭਾਲਦੇ ਹਨ। ਜਿਵੇਂ ਕਿ ਚਿਪਕੂ ਅੰਦੋਲਨ, ਤੁਸੀਂ ਸਾਰਿਆਂ ਨੇ ਚਿਪਕੂ ਅੰਦੋਲਨ ਬਾਰੇ ਜਿਹੜਾ ਪੜ੍ਹਿਆ ਹੋਵੇਗਾ। ਉਸ ਵਿੱਚ ਕੀ ਸੀ, ਜਿਹੜੇ ਲੋਕਾਂ ਨੂੰ ਜਿਹੜੇ ਦਰਖਤਾਂ ਨੂੰ ਬਚਾਉਣ ਲਈ ਜਿਹੜੇ ਦਰਖਤ ਸੀਗੇ ਨਾ ਉਹਨਾਂ ਨਾਲ ਚਿਪਕ ਗਏ ਸੀਗੇ ਤਾਂ ਕਿ ਜਿਹੜਾ ਇਨਵਾਇਰਨਮੈਂਟ ਨੂੰ ਬਚਾਇਆ ਜਾ ਸਕੇ, ਦਰਖਤਾਂ ਨੂੰ ਬਚਾਇਆ ਜਾ ਸਕੇ। ਉਸ ਤੋਂ ਬਾਅਦ ਐਗਜ਼ਾਮਪਲ ਹੈ ਅੰਮ੍ਰਿਤਸਰ ਦੇ ਕਸ਼ਮੀਰ ਸਿੰਘ ਜੀ ਦੀ, ਜਿਨ੍ਹਾਂ ਨੇ ਹੁਣ ਤੱਕ ਆਪਣੇ ਇਲਾਕੇ ਵਿੱਚ 1000 ਤੋਂ ਵੱਧ ਜਿਹੜੇ ਪੇੜ ਲਗਾ ਦਿੱਤੇ ਤੇ ਉਹ ਆਪਣੇ ਜਿਹੜੇ ਇਲਾਕੇ ਦਾ ਇਨਵਾਇਰਨਮੈਂਟ ਹੈ ਉਹਨੂੰ ਵਧੀਆ ਬਣਾਇਆ ਹੈ। ਉਸ ਤੋਂ ਬਾਅਦ ਸੰਤ ਬਾਬਾ ਬਲਵੀਰ ਸਿੰਘ ਜੀ ਸਿੰਚੇਵਾਲ, ਜਿਨ੍ਹਾਂ ਨੇ ਇਕੱਲਿਆਂ ਨੇ ਕਾਲੀ ਬਈ ਨਦੀ ਨੂੰ ਸਾਫ਼ ਕਰਨ ਲਈ ਅਭਿਆਨ ਚਲਾਇਆ ਸੀ ਤੇ ਇਹਨਾਂ ਨੂੰ ਅਸੀਂ ਇੱਕੋ ਬਾਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੀ ਜਿਹੜੇ ਇਨਵਾਇਰਨਮੈਂਟ ਨੂੰ ਬਚਾਉਣ ਲਈ ਬਹੁਤ ਜਿਹੜੀ ਆਪਣੀ ਕੋਸ਼ਿਸ਼ ਕਰ ਰਹੇ ਹਨ। ਉਸ ਤੋਂ ਬਾਅਦ ਗ੍ਰੇਟ ਥਨਬਰਗ ਇੱਕ ਸਵੀਡਨ ਗਰਲ ਹੈ ਜੋ ਕਿ ਸਿਰਫ ਹਜੇ 18 ਸਾਲ ਦੀ ਹੈ। ਉਹ ਵੀ ਇਨਵਾਇਰਨਮੈਂਟ ਨੂੰ ਬਚਾਉਣ ਲਈ ਜਿਹੜੇ ਬਹੁਤ ਜ਼ਿਆਦਾ ਐਫਰਟਸ ਕਰ ਰਹੀ ਹੈ ਤੇ ਉਹ ਜਿਹੜੇ ਕਲਾਈਮੇਟ ਚੇਂਜ ਤੇ ਹੋ ਰਹੇ ਪ੍ਰਭਾਵ ਬਾਰੇ ਬਹੁਤ ਚਿੰਤਾ ਪ੍ਰਗਟ ਕਰ ਰਹੀ ਹੈ ਤੇ ਇਸ ਨੂੰ ਕਲਾਈਮੇਟ ਚੇਂਜ ਦੀ ਲੜਾਈ ਨੂੰ ਲੈ ਕੇ ਸਭ ਤੋਂ ਚੰਗੇ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ। ਹੁਣ ਬੱਚਿਓ ਦੇਖੋ, ਹੁਣ ਸਾਨੂੰ ਪਤਾ ਹੈ ਕਿ ਅਸੀਂ ਪਾਣੀ ਗੰਦਾ ਕਰ ਦਿੱਤਾ, ਹਵਾ ਵੀ ਗੰਦੀ ਕਰ ਦਿੱਤੀ, ਮਿੱਟੀ ਦੀ ਉਪਜਾਊ ਸ਼ਕਤੀ ਖਤਮ ਕਰ ਦਿੱਤੀ। ਕਿਵੇਂ? ਫੈਕਟਰੀਜ਼, ਬੱਸਿਸ, ਗੱਡੀਆਂ ਤੋਂ ਨਿਕਲਦਾ ਧੂੰਆਂ, ਫੈਕਟਰੀ ਚੋਂ ਨਿਕਲਦਾ ਧੂੰਆਂ, 5G 4G ਨੈਟਵਰਕਸ। ਹੁਣ ਅਸੀਂ ਇਹ ਚੀਜ਼ਾਂ ਤਾਂ ਬੰਦ ਨਹੀਂ ਕਰਵਾ ਸਕਦੇ, ਨਾ ਮੈਂ ਕਰਵਾ ਸਕਦੀ ਨਾ ਤੁਸੀਂ ਕਰਵਾ ਸਕਦੇ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ? ਤੁਸੀਂ ਆਪਣੇ ਲੈਵਲ ਤੋਂ ਕੀ ਕਰ ਸਕਦੇ ਆ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਲੈਵਲ ਤੇ ਆਪਣੇ ਘਰ ਤੇ ਆਲੇ ਦੁਆਲੇ ਨੂੰ ਜਿਹੜਾ ਸਾਫ਼ ਰੱਖ ਸਕਦੇ ਹਾਂ। ਸਾਨੂੰ ਜਿੰਨਾ ਹੋ ਸਕੇ ਆਪਣੇ ਜਿਹੜੇ ਘਰ ਦੇ ਆਲੇ ਦੁਆਲੇ ਪੇੜ ਲਗਾਉਣੇ ਚਾਹੀਦੇ ਹਨ। ਆਪਣੇ ਘਰ ਨੂੰ ਜਿਹੜਾ ਹੋਰ ਜਿਹੜੀਆਂ ਅਸੀਂ ਘਰ ਵਿੱਚ ਵੇਸਟ ਚੀਜ਼ਾਂ ਅਸੀਂ ਏਦਾਂ ਸਿੱਟ ਦਿੰਦੇ ਜਿਨ੍ਹਾਂ ਨਾਲ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਫੈਲਦਾ ਹੈ, ਕੋਈ ਚੀਜ਼ ਏਦਾਂ ਜਲਾ ਦਿੰਦੇ, ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਠੀਕ ਹੈ, ਅਗਰ ਹੁਣ ਤੁਹਾਡੇ ਘਰ ਦੇ ਵਿੱਚ ਜਗ੍ਹਾ ਨਹੀਂ ਹੈ ਕਿ ਤੁਸੀਂ ਪਲਾਂਟਸ ਲਗਾ ਸਕੋ, ਪੇੜ ਲਗਾ ਸਕੋ, ਤਾਂ ਇਨਡੋਰ ਪਲਾਂਟਸ ਆਉਂਦੇ ਸਾਡੇ ਪਾਸ, ਜਿਵੇਂ ਤੁਲਸੀ, ਮਨੀ ਪਲਾਂਟ, ਸਨੇਕ ਪਲਾਂਟ, ਏਦਾਂ ਬਹੁਤ ਸਾਰੇ ਜਿਹੜੇ ਪਲਾਂਟ ਹੈ ਜਿਨ੍ਹਾਂ ਨੂੰ ਅਸੀਂ ਘਰ ਦੇ ਅੰਦਰ ਵੀ ਲਗਾ ਸਕਦੇ ਤੇ ਆਪਣੀ ਜਿਹੜੀ ਸਾਨੂੰ ਬਿਮਾਰੀਆਂ ਲੱਗ ਰਹੀਆਂ, ਆਕਸੀਜਨ ਦੀ ਕਮੀ ਆ ਰਹੀ, ਉਹ ਜਿਹੜੀ ਕਮੀ ਨਹੀਂ ਆਵੇਗੀ। ਹੁਣ ਉਸ ਤੋਂ ਬਾਅਦ ਅਸੀਂ ਹੁਣ ਜਿਹੜਾ ਪਾਣੀ ਨੂੰ ਕਿਵੇਂ ਬਚਾ ਸਕਦੇ ਹਾਂ? ਪਾਣੀ ਨੂੰ ਕਿਵੇਂ ਬਚਾ ਸਕਦੇ ਹਾਂ? ਹੁਣ ਅਸੀਂ ਪਾਣੀ ਇੰਨਾ ਗੰਦਾ ਕਰ ਦਿੱਤਾ ਕਿ ਹੁਣ ਜਿਹੜਾ ਪਾਣੀ ਇਹਨੂੰ ਪੀਣ ਲਈ ਪਾਣੀ ਵੀ ਜਿਹੜਾ ਹੈ ਸਾਨੂੰ ਫਿਲਟਰ ਦੁਆਰਾ ਸਾਫ਼ ਕਰਨਾ ਪੈਂਦਾ। ਹੁਣ ਉਹਦੇ ਲਈ ਅਸੀਂ ਕੀ ਕਰਦੇ? RO ਦੀ ਵਰਤੋਂ ਕਰਦੇ ਤੇ RO ਦੀ ਵਰਤੋਂ ਨਾਲ ਪਾਣੀ ਤਾਂ ਫਿਲਟਰ ਹੋ ਜਾਂਦਾ, ਸਾਡੇ ਪੀਣ ਲਾਇਕ ਹੋ ਜਾਂਦਾ, ਬਟ ਉਹਦੇ ਵਿੱਚੋਂ ਜਿਹੜਾ ਪਾਣੀ ਹੈ ਬਹੁਤ ਜ਼ਿਆਦਾ ਜਿਹੜਾ ਵੇਸਟ ਜਾਂਦਾ। ਤੇ ਅਸੀਂ ਹੁਣ ਉਹ ਪਾਣੀ ਨੂੰ ਕਿਵੇਂ ਬਚਾ ਸਕਦੇ? ਜਿਸ ਟਾਈਮ ਅਸੀਂ ਫਿਲਟਰ ਪਾਣੀ ਕੀਤਾ ਤਾਂ ਜਿਹੜਾ ਪਾਣੀ ਵੇਸਟ ਜਾ ਰਿਹਾ ਅਸੀਂ ਉਹਨੂੰ ਸਟੋਰ ਕਰਕੇ ਰੱਖ ਸਕਦੇ। ਉਹਨੂੰ ਸਟੋਰ ਕਰਕੇ ਅਸੀਂ ਉਹਦੇ ਨਾਲ ਆਪਣੇ ਭਾਂਡੇ, ਕੱਪੜੇ ਤੇ ਹੋਰ ਘਰ ਦੀਆਂ ਜਿਹੜੀਆਂ ਸਫਾਈਆਂ ਕਰ ਸਕਦੇ। ਉਸ ਤੋਂ ਬਾਅਦ ਸਾਡੀ ਟੰਕੀ ਭਰ ਜਾਂਦੀ, ਅਸੀਂ ਧਿਆਨ ਦਿੰਦੇ, ਟੰਕੀ ਭਰ ਗਈ, ਜਿਹੜਾ ਪਾਣੀ ਹੈ ਉਹ ਏਦਾਂ ਬਾਹਰ ਜਾਈ ਜਾ ਰਿਹਾ।
ਅਸੀਂ ਕੀ ਕਰ ਸਕਦੇ, ਜਿਸ ਟਾਈਮ ਸਾਡੀ ਜਿਹੜੀ ਪਾਣੀ ਦੀ ਟੰਕੀ ਭਰ ਜਾਂਦੀ ਉਸੇ ਟਾਈਮ ਜਿਹੜਾ ਅਸੀਂ ਪਾਣੀ ਜਿਹੜਾ ਜਾ ਰਿਹਾ ਉਹਨੂੰ ਬੰਦ ਕਰੀਏ। ਫਿਰ ਅਸੀਂ ਇੱਕ ਰੇਨ ਵਾਟਰ ਹਾਰਵੈਸਟਿੰਗ ਮਤਲਬ ਮੀਂਹ ਦੇ ਪਾਣੀ ਨੂੰ ਅਸੀਂ ਸੰਭਾਲ ਸਕਦੇ ਹਾਂ। ਉਹਦੇ ਨਾਲ ਅਸੀਂ ਆਪਣੀ ਖੇਤੀ ਨੂੰ ਪਾਣੀ ਲਗਾ ਸਕਦੇ, ਫਸਲਾਂ ਨੂੰ ਪਾਣੀ ਲਗਾ ਸਕਦੇ, ਘਰ ਦੀਆਂ ਸਫਾਈਆਂ, ਆਪਣੀਆਂ ਮੋਟਰ ਗੱਡੀਆਂ ਜਿਹੜਾ ਸਭ ਕੁਝ ਉਹਦੇ ਨਾਲ ਅਸੀਂ ਧੋ ਸਕਦੇ। ਇਸ ਤਰ੍ਹਾਂ ਜਿਹੜਾ ਅਸੀਂ ਪਾਣੀ ਨੂੰ ਬਚਾ ਸਕਦੇ। ਅਸੀਂ ਬ੍ਰਸ਼ ਕਰਦੇ ਟਾਈਮ ਅਸੀਂ ਬ੍ਰਸ਼ ਕਰ ਰਹੇ ਹੁੰਦੇ ਔਰ ਜਿਹੜੀ ਸਾਡਾ ਨਲ ਹੈ ਉਹ ਕੀ ਹੁੰਦਾ, ਉਹ ਏਦਾਂ ਖੁੱਲਾ ਪਾਣੀ ਜਿਹੜਾ ਉਹਦੇ ਚੋਂ ਵੇਸਟ ਜਾ ਰਿਹਾ ਹੁੰਦਾ। ਇਸ ਲਈ ਸਾਨੂੰ ਜਿੰਨਾ ਪਾਣੀ ਦੀ ਲੋੜ ਹੈ ਸਾਨੂੰ ਸਿਰਫ ਉਨਾ ਹੀ ਪਾਣੀ ਵਰਤਣਾ ਚਾਹੀਦਾ, ਕਿਉਂਕਿ ਸਾਡਾ ਪਾਣੀ ਹੁਣ ਇੰਨਾ ਜ਼ਿਆਦਾ ਇੰਨੇ ਪੱਧਰ ਤੇ ਨੀਚੇ ਜਾ ਚੁੱਕਿਆ ਨਾ ਕਿ ਆਉਣ ਵਾਲੇ ਸਾਲਾਂ ਵਿੱਚ ਜਿਹੜਾ ਪਾਣੀ ਦੀ ਸਾਡੇ ਪੰਜਾਬ ਵਿੱਚ ਕਮੀ ਆ ਜਾਵੇਗੀ। ਨੈਕਸਟ ਅਸੀਂ ਕੀ ਕਰਦੇ, ਅਸੀਂ ਹੁਣ ਸ਼ੈਂਪੂ ਦੇ ਪਾਊਚ ਜਾਂ ਹੋਰ ਜਿਹੜੇ ਲਿਫਾਫੇ ਵਗੈਰਾ ਹੈ ਅਸੀਂ ਉਹਨਾਂ ਨੂੰ ਏਦਾਂ ਜਿਹੜੇ ਸ਼ੈਂਪੂ ਦੇ ਪਾਊਚ ਲਿਫਾਫੇ ਵਗੈਰਾ ਅਸੀਂ ਉਹਨਾਂ ਨੂੰ ਏਦਾਂ ਜਿਹੜਾ ਸਿੱਟ ਦਿੰਦੇ। ਉਸ ਤੋਂ ਬਾਅਦ ਕੀ ਹੋ ਰਿਹਾ ਕਿ ਉਹ ਪਾਊਚ ਪਹਿਲਾਂ ਤਾਂ ਨਿਕਲ ਜਾਂਦੇ, ਫਿਰ ਉਸ ਤੋਂ ਬਾਅਦ ਇੱਕ ਜਗ੍ਹਾ ਜਾ ਕੇ ਜਿਹੜੇ ਉਹ ਪਾਊਚ ਹੈ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ, ਜਿਸ ਨਾਲ ਕੀ ਹੁੰਦਾ, ਪਾਊਚ ਇਕੱਠੇ ਹੋਣ ਨਾਲ ਕੀ ਹੋ ਜਾਂਦਾ ਕਿ ਉਹ ਜਿਹੜਾ ਪਾਣੀ ਹੈ ਉਹ ਬਲੋਕ ਹੋ ਜਾਂਦਾ ਔਰ ਪਾਣੀ ਵਾਪਸ ਜਿਹੜਾ ਸਾਡੀ ਨਾਲੀ ਦੁਆਰਾ ਸਾਡੇ ਅੰਦਰਾਂ ਵਿੱਚ ਆਉਣਾ ਸ਼ੁਰੂ ਹੋ ਜਾਂਦਾ, ਵਾਸ਼ਰੂਮ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਾਲ ਮੱਛਰ ਮੱਖੀਆਂ ਵਗੈਰਾ ਪੈਦਾ ਹੁੰਦੇ ਤੇ ਹੋਰ ਕਈ ਪ੍ਰਕਾਰ ਦੇ ਜਿਹੜੇ ਜੀਵ ਜੰਤੂ ਪੈਦਾ ਹੋਣ ਲੱਗ ਜਾਂਦੇ ਹਨ। ਤੇ ਸਾਨੂੰ ਕੀ ਕਰਨਾ ਚਾਹੀਦਾ, ਜਿਹੜੇ ਸਾਨੂੰ ਕੋਈ ਵੀ ਪਾਊਚ ਕੋਈ ਵੀ ਕਾਗਜ਼ ਉਹਨਾਂ ਨੂੰ ਏਦੀ ਇੱਧਰ ਉੱਧਰ ਨਹੀਂ ਸਿੱਟਣਾ ਚਾਹੀਦਾ, ਉਹਨਾਂ ਨੂੰ ਪ੍ਰੋਪਰ ਡਸਟਬਿਨ ਵਿੱਚ ਪਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਅਸੀਂ ਇਹਨਾਂ ਬਿਮਾਰੀਆਂ ਤੋਂ ਮਿਲ ਸਕਣ। ਉਸ ਤੋਂ ਬਾਅਦ ਬੱਚਿਓ ਅਸੀਂ ਹੁਣ ਕਿਸੇ ਦਾ ਬਰਥਡੇ ਹੁੰਦਾ ਅਸੀਂ ਬੜੇ ਉਹਦੇ ਨਾਲ ਬਰਥਡੇ ਸੈਲੀਬ੍ਰੇਟ ਕਰਦੇ, ਉਹਨਾਂ ਨੂੰ ਗਿਫਟਸ ਦਿੰਦੇ ਤੇ ਸਾਡਾ ਇਹ ਵੀ ਫਰਜ਼ ਹੋਣਾ ਚਾਹੀਦਾ ਕਿ ਅਸੀਂ ਗਿਫਟ ਦੇ ਨਾਲ ਜਿਸ ਬੱਚੇ ਦਾ ਬਰਥਡੇ ਹੈ ਉਹਨੂੰ ਇੱਕ ਪੇੜ ਜ਼ਰੂਰ ਗਿਫਟ ਕਰੀਏ ਤਾਂ ਕਿ ਉਹ ਜਿਹੜਾ ਆਪਣੇ ਇਨਵਾਇਰਨਮੈਂਟ ਨੂੰ ਬਚਾ ਸਕੇ, ਅਸੀਂ ਆਪਣੀ ਇਨਵਾਇਰਨਮੈਂਟ ਨੂੰ ਬਚਾ ਸਕੀਏ। ਤੇ ਜਿਸ ਬੱਚੇ ਦਾ ਜਾਂ ਜਿਸ ਕਿਸੇ ਦਾ ਵੀ ਜਿਹਦਾ ਬਰਥਡੇ ਹੈ ਉਹ ਕੀ ਕਰ ਸਕਦਾ, ਉਹ ਆਪਣੇ ਬਰਥਡੇ ਤੇ 1 ਜਾਂ 2 ਜਿਹੜੇ ਪਲਾਂਟਸ ਹੈ ਉਹਨਾਂ ਨੂੰ ਜ਼ਰੂਰ ਲਗਾ ਸਕਦਾ। ਤੇ ਉਸ ਤੋਂ ਬਾਅਦ ਜਿਹੜਾ ਅਸੀਂ ਫਰੂਟਸ ਖਾਂਦੇ, ਅਸੀਂ ਸਾਰੇ ਜਾਣੇ, ਤੁਸੀਂ ਵੀ ਖਾਂਦੇ, ਮੈਂ ਵੀ ਖਾਂਦੀ, ਸਭ ਖਾਂਦੇ ਤੇ ਫਰੂਟਸ ਵਿੱਚੋਂ ਬੀਜ ਨਿਕਲਦੇ ਤੇ ਸਾਨੂੰ ਕਿਤੇ ਵੀ ਜਗ੍ਹਾ ਮਿਲੇ ਜਿਹੜੀ ਸਾਨੂੰ ਉਹਨਾਂ ਬੀਜ ਨੂੰ ਕੀ ਕਰਨਾ ਚਾਹੀਦਾ, ਲਗਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸਾਡੇ ਇਨਵਾਇਰਨਮੈਂਟ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੇੜ ਹੋਣ ਤੇ ਜਿਹਦੇ ਨਾਲ ਜਿਹੜਾ ਸਾਡਾ ਇਨਵਾਇਰਨਮੈਂਟ ਹੈ ਉਹ ਬਚਾਇਆ ਜਾ ਸਕੇ। ਤੇ ਥੈਂਕ ਯੂ ਸਟੂਡੈਂਟਸ, ਅਗਰ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਮੇਰੇ ਤੋਂ ਪੁੱਛ ਸਕਦਾ। ਕਿਸੇ ਦਾ ਕੋਈ ਆਨਸਰ ਹੋਵੇ, ਕੁਝ ਪੁੱਛਣਾ ਹੋਵੇ, ਕੁਐਸਚਨ ਹੋਵੇ ਤਾਂ ਪਲੀਜ਼ ਪੁੱਛ ਲਓ। Thanks, Vishali, for giving us knowledge about World's Environment Day. Nature provides enough to satisfy every man's need, but not every man's greed. So let us stop harming nature. Let us stop polluting it. Let us join hands to bring a positive change to make Earth a much healthier, greener, and happier place to live. With this, I would like to call Damini to give us more knowledge about World's Environment Day. दामिनी अपना माइक ऑन करो। ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਜਿਵੇਂ ਕਿ ਮੇਰੀ ਫਰੈਂਡ ਵਿਸ਼ਾਲੀ ਸ਼ਰਮਾ ਨੇ ਤੁਹਾਨੂੰ ਦੱਸਿਆ ਹੈ ਕਿ ਵਾਤਾਵਰਣ ਕੀ ਹੁੰਦਾ ਹੈ ਅਤੇ ਅਸੀਂ ਘਰ ਵਿੱਚ ਰਹਿ ਕੇ ਹੀ ਵਾਤਾਵਰਣ ਵਿੱਚ ਕਿਵੇਂ ਸੁਧਾਰ ਲਿਆ ਸਕਦੇ ਹਾਂ, ਤੇ ਹੁਣ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਬਾਰੇ ਵਿਸਤਾਰ ਵਿੱਚ ਦੱਸਾਂਗੀ। ਫੁੱਲਾਂ ਨੂੰ ਨਾ ਤੋੜਿਓ ਮੇਰੀ ਆਰਥੀ ਸਜਾਉਣ ਲਈ, ਰੁੱਖਾਂ ਨੂੰ ਨਾ ਵੱਢਿਓ ਮੇਰੀ ਚਿਤਾ ਜਲਾਉਣ ਲਈ। ਸ਼ਾਇਦ ਅਗਲਾ ਜਨਮ ਕਿਸੇ ਪੰਛੀ ਦਾ ਹੀ ਮਿਲੇ, ਕੋਈ ਰੁੱਖ ਤਾਂ ਬਚਿਆ ਰਹੇ ਆਲਣਾ ਬਣਾਉਣ ਲਈ।
ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਡਾ ਜਿਹੜਾ ਟਰਾਂਸਪੋਰਟ ਸਿਸਟਮ ਹੈ। ਬੱਚਿਓ, ਆਵਾਜਾਈ ਦਾ ਸਾਡੇ ਵਾਤਾਵਰਣ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਹ ਵਿਸ਼ਵ ਦੇ ਜ਼ਿਆਦਾ ਪੈਟਰੋਲੀਅਮ ਨੂੰ ਸਾੜਦਾ ਹੈ, ਜਿਸ ਕਰਕੇ ਨਿਟਰਸ ਆਕਸਾਈਡ ਅਤੇ CO2 ਦੇ ਨਿਕਾਸ ਦੁਆਰਾ ਸਾਡੇ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਤਾਪਮਾਨ ਜਿਹੜਾ ਹੈਗਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। ਹੁਣ ਦੇਖੋ, ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਵਾਹਨਾਂ ਤੇ ਹੀ ਜਾਣਾ ਪਸੰਦ ਕਰਦੇ ਹਨ। ਅਸੀਂ ਸਿਰਫ ਕਿੱਦਾਂ ਪਸੰਦ ਕਰਦੇ ਹਾਂ? ਅਸੀਂ ਸਿਰਫ ਆਪਣੇ ਵਾਹਨਾਂ ਤੇ ਹੀ ਸਫ਼ਰ ਕਰਨਾ ਪਸੰਦ ਕਰਦੇ ਹਾਂ। ਪਰ ਬੱਚਿਓ, ਅਸੀਂ ਇਹ ਗੱਲ ਦਾ ਅੰਦਾਜ਼ਾ ਵੀ ਲਗਾ ਸਕਦੇ ਹਾਂ ਕਿ ਅਗਰ ਇੱਕ ਬੱਸ ਵਿੱਚ 70 ਜਾਣੇ ਜਾ ਰਹੇ ਹਨ ਤਾਂ ਉਹੀ 70 ਜਾਣੇ ਕਿੰਨੀਆਂ ਮੋਟਰਾਂ ਗੱਡੀਆਂ ਵਿੱਚ ਜਾਣਗੇ, ਜਿਸ ਕਰਕੇ ਸਾਡੀ ਜਿਹੜੀ ਹੈਗੀ ਹੈ ਹਵਾ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ। ਜ਼ਿਆਦਾ ਆਬਾਦੀ, ਜ਼ਿਆਦਾ ਟਰਾਂਸਪੋਰਟ, ਸਾਡੇ ਜਿਹੜੇ ਦਿੱਲੀ ਵਰਗੇ ਸ਼ਹਿਰ ਹੈਗੇ ਹੈ ਉਹਨਾਂ ਵਿੱਚ ਸਾਹ ਲੈਣ ਯੋਗ ਹਵਾ ਜਿਹੜੀ ਹੈਗੀ ਹੈ ਬਹੁਤ ਘਟਦੀ ਜਾ ਰਹੀ ਹੈ। ਅਨੁਮਾਨ ਲਗਾਇਆ ਗਿਆ ਹੈ ਕਿ ਜੇਕਰ ਸਖਤ ਕਦਮ ਨਾ ਚੁੱਕੇ ਗਏ ਤਾਂ ਜਿਹੜੇ ਦਿੱਲੀ ਵਰਗੇ ਸ਼ਹਿਰ ਹੈਗੇ ਆ ਉਹਨਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਅਸਥਮਾ ਦੀ ਬਿਮਾਰੀ ਹੋਵੇਗੀ। ਬੱਚਿਓ, ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ ਤੇ ਇਸ ਗੱਲ ਦਾ ਹੱਲ ਕੱਢੀਏ। ਅਸੀਂ ਜ਼ਿਆਦਾ ਕਰਕੇ ਬੱਸਾਂ, ਪਬਲਿਕ ਟਰਾਂਸਪੋਰਟ ਵਿੱਚ ਜਾਣ ਦੀ ਕੋਸ਼ਿਸ਼ ਕਰੀਏ। ਜੇਕਰ ਸਾਡਾ ਸਫ਼ਰ 10-15 ਮਿੰਟ ਦਾ ਹੈ ਤਾਂ ਅਸੀਂ ਤੁਰ ਕੇ ਵੀ ਜਾ ਸਕਦੇ ਹਾਂ। ਤੁਰਨਾ ਵੈਸੇ ਵੀ ਸਾਡੀ ਸਿਹਤ ਲਈ ਬਹੁਤ ਚੰਗਾ ਹੈ। ਸਾਹਾਂ ਨੂੰ ਨਹੀਂ ਮਿਲ ਰਿਹਾ ਸ਼ੁੱਧ ਹਵਾ ਦਾ ਝੋਂਕਾ, ਸੋਚੋ ਕੌਣ ਕਰ ਰਿਹਾ ਕੁਦਰਤ ਦੇ ਨਾਲ ਹੀ ਧੋਖਾ। ਹੁਣ ਸੋਚੋ, ਤੁਸੀਂ ਕੌਣ ਕਰ ਰਿਹਾ ਕੁਦਰਤ ਨਾਲ ਧੋਖਾ? ਜੀਵ ਜੰਤੂ ਕਰ ਰਹੇ ਆ ਕਿ ਅਸੀਂ ਕਰ ਰਹੇ ਹਾਂ? ਜਾਨਵਰ ਕਰ ਰਹੇ ਆ ਕਿ ਅਸੀਂ ਕਰ ਰਹੇ ਹਾਂ? ਅਸੀਂ ਕਰ ਰਹੇ ਹਾਂ, ਹੈ ਨਾ। ਦੂਸਰੀ ਗੱਲ ਅਸੀਂ ਕਰਦੇ ਹਾਂ ਹੁਣ ਡੀਫੋਰੈਸਟੇਸ਼ਨ, ਜੰਗਲਾਂ ਦੀ ਕਟਾਈ ਬਾਰੇ। ਬੱਚਿਓ, ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀਬਾੜੀ ਸੰਗਠਨ ਅਨੁਸਾਰ ਹਰ ਸਾਲ ਲਗਾਤਾਰ 18 ਏਕੜ ਜੰਗਲ ਖਤਮ ਹੁੰਦਾ ਹੈ। 18 ਏਕੜ ਜੰਗਲ ਹਰ ਸਾਲ ਖਤਮ ਹੋ ਰਿਹਾ ਸਾਡਾ। ਕੁਝ ਅਨੁਮਾਨ ਇਹ ਦੱਸਦੇ ਹਨ ਜੇਕਰ ਜੰਗਲਾਂ ਦੀ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਜਿਹੜੇ ਬਰਸਾਤੀ ਜੰਗਲ ਹੈ ਸਾਡੇ ਉਹ ਸਾਰੇ ਖਤਮ ਹੋ ਜਾਣਗੇ। ਹੁਣ ਬੱਚਿਓ, ਅਸੀਂ ਦੇਖਦੇ ਹਾਂ ਸਾਡੇ ਘਰ ਵਿੱਚ ਜਿਹੜੇ ਕਾਗਜ਼ ਹੁੰਦੇ ਹੈ, ਮੈਚ ਸਟਿਕਸ ਹੁੰਦੀਆਂ ਹੈ, ਫਰਨੀਚਰ ਹੁੰਦਾ ਹੈ, ਉਹ ਸਾਰਾ ਕੁਝ ਲੱਕੜ ਤੋਂ ਹੀ ਬਣਦਾ ਹੈ। ਜੋ ਵੀ ਅਸੀਂ ਫਲ, ਸਬਜ਼ੀਆਂ ਆਦਿ ਖਾਂਦੇ ਹਾਂ ਸਾਨੂੰ ਰੁੱਖ ਹੀ ਦਿੰਦੇ ਹਨ। ਕੌਣ ਦਿੰਦਾ ਹੈ? ਸਾਨੂੰ ਰੁੱਖ ਹੀ ਦਿੰਦੇ ਹੈ ਨਾ, ਜੋ ਵੀ ਅਸੀਂ ਸਮਾਨ ਖਾਂਦੇ ਹਾਂ। ਮੈਮ ਯੈਸ। ਹਰ ਸਾਲ ਸੰਸਾਰ ਵਿੱਚ ਸੁੱਟੇ ਜਾਣ ਵਾਲੇ ਕਾਗਜ਼ਾਂ ਵਿੱਚ ਲਗਭਗ ਹਰ ਸਾਲ ਦੇ ਵਿੱਚ ਜਿਹੜੇ ਅਸੀਂ ਕਾਗਜ਼ ਸੁੱਟਦੇ ਹਾਂ ਪੂਰੇ ਸੰਸਾਰ ਦੇ ਵਿੱਚ, ਉਹਨਾਂ ਦੇ ਵਿੱਚ 640 ਮਿਲੀਅਨ ਰੁੱਖ ਆ ਜਾਂਦੇ ਆ। 640 ਮਿਲੀਅਨ ਰੁੱਖ ਅਸੀਂ ਕਾਗਜ਼ਾਂ ਦੇ ਉੱਪਰ ਹੀ ਗਵਾ ਰਹੇ ਹਾਂ। ਸਾਨੂੰ ਕਾਗਜ਼ਾਂ ਦੀ ਘੱਟ ਤੋਂ ਘੱਟ ਦੁਰਵਰਤੋਂ ਕਰਨੀ ਚਾਹੀਦੀ ਹੈ। ਅਗਰ ਅਸੀਂ ਘੱਟ ਤੋਂ ਘੱਟ ਇਹਦੀ ਦੁਰਵਰਤੋਂ ਕਰਾਂਗੇ ਤਾਂ ਅਸੀਂ ਰੁੱਖਾਂ ਨੂੰ ਵੀ ਬਚਾ ਸਕਦੇ ਹਾਂ। ਤੇ ਜੋ ਵੀ ਸਾਡੇ ਘਰ ਵਿੱਚ ਵੇਸਟ ਪੇਪਰ ਹੁੰਦਾ ਹੈ ਉਹਨਾਂ ਨੂੰ ਅਸੀਂ ਅੱਗ ਨਹੀਂ ਲਗਾਉਣੀ ਹੈਗੀ, ਉਹਨਾਂ ਨੂੰ ਅਸੀਂ ਦੇਣਾ ਹੈਗਾ ਹੈ ਰੱਦੀ ਵਾਲੇ ਕੋਲ ਰਿਸਾਈਕਲ ਹੋਣ ਦੇ ਲਈ। ਦਰਖਤਾਂ ਦੀ ਕਟਾਈ ਕਰਕੇ ਹੜ੍ਹ ਆਉਣ ਦੇ ਮੌਕੇ ਵੀ ਵੱਧਦੇ ਹਨ ਤੇ ਜਿਹੜੀ ਸਾਡੀ ਜਿਹੜੀ ਮਿੱਟੀ ਹੁੰਦੀ ਹੈ ਇਹਦੀ ਉਪਜਾਊ ਸ਼ਕਤੀ ਵੀ ਬਹੁਤ ਘਟਦੀ ਆ। ਜਦੋਂ ਫਿਰ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਆ ਅਸੀਂ ਹੋਰ ਕੈਮੀਕਲਸ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ, ਹੋਰ ਫਰਟੀਲਾਈਜ਼ਰ, ਜਦ ਕਿ ਅਸੀਂ ਪਹਿਲਾਂ ਹੀ ਇਹਦਾ ਬਚਾਅ ਕਰ ਸਕਦੇ ਹਾਂ ਤਾਂ ਕਿ ਸਾਨੂੰ ਕੈਮੀਕਲਸ, ਫਰਟੀਲਾਈਜ਼ਰਸ ਲਗਾਉਣੇ ਹੀ ਨਾ ਪੈਣ। ਅਸੀਂ ਰੋਜ਼ ਦਰਖਤਾਂ ਤੋਂ ਬਣੀਆਂ ਕਿੰਨੀਆਂ ਚੀਜ਼ਾਂ ਦਾ ਉਪਯੋਗ ਕਰਦੇ ਹਾਂ, ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਖੁਦ ਹੀ ਨਹੀਂ ਰੁੱਖ ਲਗਾਉਣੇ ਚਾਹੀਦੇ, ਸਾਨੂੰ ਹੋਰਾਂ ਨੂੰ ਵੀ ਕਹਿਣਾ ਚਾਹੀਦਾ ਕਿ ਇਸ ਲਈ ਸੰਘਰਸ਼ ਕਰੋ। If you think the economy is more important than the environment, try holding your breath while counting your money. ਜਦੋਂ ਤੁਸੀਂ ਆਪਣੀ ਮਨੀ ਕਾਊਂਟ ਕਰ ਰਹੇ ਹੋ ਤਾਂ ਤੁਸੀਂ ਆਪਣੀ ਬਰੀਥ ਨੂੰ ਹੋਲਡ ਕਰਕੇ ਦੇਖੋ ਕਿ ਤੁਹਾਨੂੰ ਸਾਹ ਆਉਂਦਾ ਹੈ ਉਸ ਮਨੀ ਕਰਕੇ, ਜਾਂ ਫਿਰ ਤੁਹਾਨੂੰ ਟਰੀਜ਼ ਦੇ ਰਹੇ ਆ ਆਕਸੀਜਨ ਕਿ ਮਨੀ ਦੇ ਰਹੀ ਆ ਉਹ। ਸਾਰੀਆਂ ਜੋ ਚੀਜ਼ਾਂ ਹੈਗੀਆਂ ਇਹ ਲੱਕੜ ਤੋਂ ਹੀ ਬਣੀਆਂ ਹੋਈਆਂ, ਅਸੀਂ ਘਰ ਦੇ ਵਿੱਚ ਵੀ ਇਹ ਸਾਰੀਆਂ ਉਪਯੋਗ ਕਰਦੇ ਹਾਂ। ਆ ਦੇਖੋ, ਪਹਿਲਾਂ ਸਾਡਾ ਕਿੰਨਾ ਹਰਾ ਭਰਾ ਜੰਗਲ ਸੀ। ਇਟ ਇਜ਼ ਅ ਕ੍ਰਾਈਮ
ਜੋ ਅਸੀਂ ਕਰਦੇ ਹਾਂ, ਜੋ ਫਸਲਾਂ ਦੀ ਜੋ ਜੰਗਲਾਂ ਦੀ ਅਸੀਂ ਕਰ ਰਹੇ ਹਾਂ ਕਟਾਈ, ਇਹਦੇ ਕਰਕੇ ਜਿਹੜੇ ਜੀਵ ਜੰਤੂ ਹੈਗੇ ਆ ਉਹ ਸੜਕਾਂ ਤੇ ਆ ਰਹੇ ਆ। ਫਿਰ ਅਸੀਂ ਕਹਿੰਦੇ ਆ ਕਿ ਸੜਕਾਂ ਤੇ ਕਿਉਂ ਆ ਰਹੇ ਆ, ਅਸੀਂ ਸਰਕਾਰ ਨੂੰ ਇਲਜ਼ਾਮ ਲਗਾਉਂਦੇ ਹਾਂ। ਤੀਸਰੇ ਨੰਬਰ ਤੇ ਹੁਣ ਅਸੀਂ ਦੂਸ਼ਿਤ ਪਾਣੀ ਬਾਰੇ ਗੱਲ ਕਰਦੇ ਹਾਂ। ਜਿਵੇਂ ਹੁਣ ਇੰਡੀਆ ਵਿੱਚ ਸਾਰੇ ਵਾਟਰ ਰਿਜ਼ਰਵਰ ਜਿਹੜੇ ਹੈਗੇ ਆ ਸੁੱਕ ਰਹੇ ਹਨ। ਜੋ ਵੀ ਅਸੀਂ ਘਰ ਜਾਂ ਬਾਹਰ ਪਲਾਸਟਿਕ ਦੀਆਂ ਚੀਜ਼ਾਂ ਸੁੱਟਦੇ ਹਾਂ, ਜ਼ਿਆਦਾ ਕਰਕੇ ਬਾਅਦ ਵਿੱਚ ਉਹ ਮਿੱਟੀ ਜਾਂ ਪਾਣੀ ਵਿੱਚ ਹੀ ਮਿਲਦੀਆਂ ਹਨ। ਡੀਕੰਪੋਜ਼ ਤਾਂ ਹੋ ਨਹੀਂ ਸਕਦੀਆਂ, ਉਹ ਇਸੇ ਤਰ੍ਹਾਂ ਪਈਆਂ ਰਹਿੰਦੀਆਂ। ਸੋਇਲ ਦੀ ਫਰਟੀਲਿਟੀ ਜਿਹੜੀ ਹੈਗੀ ਉਹ ਘਟਾਉਂਦੀਆਂ ਰਹਿੰਦੀਆਂ ਤੇ ਪਾਣੀ ਵੀ ਹੈਗਾ ਜਿਹੜਾ ਗੰਦਾ ਕਰਦੀਆਂ ਰਹਿੰਦੀਆਂ। ਇੱਕ ਜਿਹੜੀ ਪਲਾਸਟਿਕ ਦੀ ਬੋਤਲ ਨੂੰ ਅਗਰ ਤੁਸੀਂ ਪਾਣੀ ਦੇ ਵਿੱਚ ਸੁੱਟਦੇ ਹੋ ਤਾਂ ਉਹਨੂੰ 450 ਸਾਲ ਲੱਗ ਜਾਂਦੇ ਆ ਡੀਕੰਪੋਜ਼ ਹੋਣੇ ਨੂੰ। ਇਹ ਵੀ ਸ਼ੋਰ ਨਹੀਂ ਹੈ ਕਿ ਉਹ ਡੀਕੰਪੋਜ਼ ਹੋ ਜਾਊਗੀ। ਸਾਰੀਆਂ ਨਦੀਆਂ ਝੀਲਾਂ ਦਾ ਪਾਣੀ ਅਸੀਂ ਖਰਾਬ ਕਰ ਰਹੇ ਹਾਂ। ਕੋਈ ਜਾ ਕੇ ਉਹਨਾਂ ਦੇ ਵਿੱਚ ਨਹਾ ਰਿਹਾ ਹੈ, ਮੰਦਿਰਾਂ ਦੇ ਵਿੱਚ ਜਾ ਕੇ। ਹੁਣ ਦੇਖੋ ਕਰੋਨਾ ਟਾਈਮ ਦੇ ਵਿੱਚ ਕਈ ਲੋਕ ਘਰਦਿਆਂ ਦੀਆਂ ਲਾਸ਼ਾਂ ਤੇ ਮਾਸਕ ਆਦਿ ਵਗੈਰਾ ਵੀ ਪਾਣੀ ਦੇ ਵਿੱਚ ਹੀ ਸੁੱਟ ਰਹੇ ਹਨ। ਇਹ ਸਭ ਚੀਜ਼ਾਂ ਦਾ ਸਾਡੇ ਵਾਤਾਵਰਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੁਰਾ ਪ੍ਰਭਾਵ ਪਵੇਗਾ। ਇਹ ਸਿਰਫ ਵਾਤਾਵਰਣ ਲਈ ਹੀ ਨਹੀਂ ਸਗੋਂ ਸਾਰੀਆਂ ਜੀਵਨ ਸ਼ੈਲੀਆਂ ਲਈ ਹਾਨੀਕਾਰਕ ਹੈ। ਹੁਣ ਦੇਖੋ ਕਈ ਪਾਣੀ ਵਿੱਚ ਅਤੇ ਧਰਤੀ ਦੇ ਰਹਿਣ ਵਾਲੇ ਜਾਨਵਰ ਪਲਾਸਟਿਕ ਨੂੰ ਅੰਦਰ ਨਿਕਲ ਜਾਂਦੇ ਹਨ। ਜਦੋਂ ਅੰਦਰ ਨਿਕਲ ਜਾਂਦੇ ਹਨ ਤਾਂ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਜ਼ਿਆਦਾਤਰ ਉਹਨਾਂ ਦੀ ਮੌਤ ਹੀ ਹੁੰਦੀ ਹੈ, ਕੋਈ ਬਚਦਾ ਨਹੀਂ ਹੈਗਾ। ਦੇਖੋ ਬੱਚਿਓ, ਜੂਨ 2019 ਦੇ ਵਿੱਚ ਚੇਨਈ ਦਾ ਜਿਹੜਾ ਹੈਗਾ ਹੈ, ਚੇਨਈ ਦੇ ਵਿੱਚ ਪਾਣੀ ਦੀ ਇੰਨੀ ਜ਼ਿਆਦਾ ਘਾਟ ਹੋ ਗਈ ਸੀ ਕਿ ਜਿਹੜੇ ਟੈਂਕਰ, ਇੱਕ ਟੈਂਕਰ ਹੈਗਾ ਆ ਉਹਦੀ ਕੀਮਤ ਹੋ ਗਈ ਸੀ 6000 ਰੁਪਇਆ। ਕਿੰਨੀ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ ਇੱਕ ਟੈਂਕਰ ਦੀ, ਜੋ ਕਿ ਇੱਕ ਸਾਡਾ ਕੁਦਰਤੀ ਸਰੋਤ ਹੈ। ਉਹਦੇ ਲਈ ਵੀ ਸਾਨੂੰ ਇੱਕ ਟੈਂਕਰ ਦੀ 6000 ਕੀਮਤ ਚੁਕਾਉਣੀ ਪੈ ਰਹੀ ਹੈ। ਹੁਣ ਸਾਨੂੰ ਕੀ ਕਰਨਾ ਚਾਹੀਦਾ? ਪਹਿਲਾਂ ਤਾਂ ਇਹ ਗੱਲ ਕਰੋ ਕਿ ਆਪਣੇ ਘਰ ਦੇ ਬਾਹਰ ਨਿਕਲ ਕੇ ਦੇਖਿਓ ਜੋ ਤੁਹਾਡੀਆਂ ਨਾਲੀਆਂ ਹੈਗੀਆਂ ਉਹ ਸਾਫ਼ ਹੈ ਕਿ ਨਹੀਂ, ਸੀਵਰੇਜ ਹੈਗੇ ਸਾਫ਼ ਹੈ ਕਿ ਨਹੀਂ। ਜੋ ਇਹ ਗੰਦਾ ਪਾਣੀ ਹੈ ਸਾਡੇ ਸਾਰੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਹੀ ਖਰਾਬ ਕਰਦਾ ਹੈ ਤੇ ਬਾਅਦ ਵਿੱਚ ਸਾਡੇ ਹੈਲਥ ਤੇ ਇਫੈਕਟ ਪੈਂਦਾ ਹੈਗਾ ਆ। ਘੱਟੋ ਘੱਟ ਪਲਾਸਟਿਕ ਦੀ ਵਰਤੋਂ ਕਰੋ ਤੇ ਪੇਪਰ ਬੈਗਸ ਯੂਜ਼ ਕਰੋ। ਅਗਰ ਤੁਸੀਂ ਪਲਾਸਟਿਕ ਦੀ ਵਰਤੋਂ ਕਰਦੇ ਵੀ ਹੋ ਤਾਂ ਉਹਨਾਂ ਨੂੰ ਤੁਸੀਂ ਰਿਸਾਈਕਲਿੰਗ ਡਸਟਬਿਨ ਦੇ ਵਿੱਚ ਸੁੱਟ ਕੇ ਆਓ। ਏਦਾਂ ਨਹੀਂ ਹੈਗਾ ਕਿ ਤੁਸੀਂ ਸੜਕਾਂ ਤੇ ਸੁੱਟ ਜਾਓ, ਤੁਸੀਂ ਘਰ ਦੇ ਬਾਹਰ ਸੁੱਟ ਜਾਓ। ਬੱਸ ਵਿੱਚ ਜਾਂਦੇ ਜਾਂਦੇ ਚਲੋ ਜੀ ਕੁਰਕਰੇ ਖਾ ਲਓ, ਚਲੋ ਇਹਨੂੰ ਸਿੱਟ ਦਿਓ ਬਾਹਰ ਵਿੰਡੋ ਤੋਂ। ਪਾਣੀ ਦੀ ਬੋਤਲ, ਅਸੀਂ ਪਾਣੀ ਪੀ ਲਿਆ, ਬੋਤਲ ਨੂੰ ਸਿੱਟ ਦਿਓ ਵਿੰਡੋ ਤੋਂ ਬਾਹਰ। ਹੁਣ ਮੈਂ ਕੁਝ ਤੁਕਾਂ ਬੋਲਾਂਗੀ ਪਾਣੀ ਲਈ। ਹਰੀਆਂ ਕੀਤੀਆਂ ਬੰਜਰ ਜਗਾਵਾਂ, ਇਹਨਾਂ ਦਾ ਦਿੱਤਾ ਮੈਂ ਰੋਜ਼ ਖਾਵਾਂ। ਹਰ ਇੱਕ ਦੀ ਪਿਆਸ ਬੁਝਾਵੇ, ਜਾਵਾਂ ਇਸ ਪਾਣੀ ਦੇ ਬਲਿਹਾਰੇ। ਜੋ ਹਰ ਇੱਕ ਦੀ ਪਿਆਸ ਬੁਝਾਉਂਦਾ ਹੈ ਉਹਦੇ ਮੈਂ ਬਲਿਹਾਰੇ ਜਾਵਾਂ। ਕੁਦਰਤੀ ਸਰੋਤ। ਆ ਦੇਖੋ ਮਾਸਕ ਜੋ ਯੂਜ਼ ਹੋ ਰਹੇ ਅੱਜ ਕੱਲ੍ਹ ਬਹੁਤ ਜ਼ਿਆਦਾ ਕਰੋਨਾ ਟਾਈਮ ਦੇ ਵਿੱਚ। ਇਹ ਨਿਊ ਟਾਈਪ ਆਫ ਪੋਲਿਊਸ਼ਨ ਕ੍ਰੀਏਟ ਕਰ ਰਿਹਾ। ਅਸੀਂ ਕਹਿ ਰਹੇ ਹਾਂ ਕਰੋਨਾ ਟਾਈਮ ਦੇ ਵਿੱਚ ਸਾਡਾ ਜਿਹੜਾ ਵਾਤਾਵਰਨ ਹੈ ਸਾਫ਼ ਹੋ ਰਿਹਾ। ਸਾਫ਼ ਤਾਂ ਹੋ ਰਿਹਾ ਪਰ ਹੋਰ ਗੰਦਾ ਕਰ ਰਹੇ ਹਾਂ ਅਸੀਂ। ਆ ਮਾਸਕ ਜੋ ਅਸੀਂ ਪਾਣੀ ਦੇ ਵਿੱਚ ਸੁੱਟ ਰਹੇ ਹਾਂ, ਲਾਸ਼ਾਂ ਜੋ ਅਸੀਂ ਪਾਣੀ ਦੇ ਵਿੱਚ ਸੁੱਟ ਰਹੇ ਹਾਂ। The biggest virus on earth is still the human behavior. ਹਲੇ ਵੀ ਜਿਹੜਾ ਬਿਗੇਸਟ ਵਾਇਰਸ ਹੈ, ਚਾਹੇ ਕਰੋਨਾ ਆ ਗਿਆ ਹੈ, ਪਰ ਹਲੇ ਵੀ ਜਿਹੜਾ ਬਿਗੇਸਟ ਵਾਇਰਸ ਹੈ ਉਹ ਹਿਊਮਨ ਬਿਹੇਵੀਅਰ ਹੀ ਹੈ towards our nature, towards our earth, towards our environment. ਅਗਰ ਇਹਨੂੰ ਅਸੀਂ ਚੇਂਜ ਕਰਾਂਗੇ ਤਾਂ ਹੀ ਸਾਡਾ ਜਿਹੜਾ ਹੈਗਾ ਆ ਇਨਵਾਇਰਮੈਂਟ ਚੇਂਜ ਹੋਊਗਾ, ਬੈਟਰ ਹੋਊਗਾ। ਗਲੋਬਲ ਵਾਰਮਿੰਗ ਦੇ ਕੋਜ਼ਿਸ ਹੈ ਸਾਰੇ। ਟਰਾਂਸਪੋਰਟ ਸਿਸਟਮ ਜੋ ਸਾਡਾ ਹੈ, CO2 ਕਾਰਬਨ ਮੋਨੋਆਕਸਾਈਡ ਸਾਡਾ ਜਿਹੜੀ ਹੈਗੀ ਹੈ ਗਲੋਬਲ ਵਾਰਮਿੰਗ ਦਾ ਮੇਨ ਕੋਜ਼ ਆ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ
ਹੁਣ ਤੁਹਾਨੂੰ ਦੱਸਾਂ ਕਿ ਮੈਂ ਸਾਡੇ ਪੰਜਾਬ ਵਿੱਚ ਕੁਝ ਸਾਲਾਂ ਤੋਂ ਚੱਲ ਰਹੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਬਾਰੇ। ਕੁਝ ਸਾਲਾਂ ਤੋਂ ਇਹ ਪ੍ਰੋਬਲਮ ਬਹੁਤ ਚੱਲ ਰਹੀ ਹੈ। ਸਾਡੇ ਜਿਹੜਾ ਪੰਜਾਬ ਹੈਗਾ ਆ, ਇੱਥੇ ਕਿਸਾਨ ਵੀ ਬਹੁਤ ਹੈ। ਤੁਸੀਂ ਜਾਂ ਤੁਹਾਡਾ ਕੋਈ ਨਾ ਕੋਈ ਰਿਸ਼ਤੇਦਾਰ ਝੋਨੇ ਦੀ ਖੇਤੀ ਜ਼ਰੂਰ ਕਰਦਾ ਹੋਵੇਗਾ। ਤੁਹਾਨੂੰ ਪਤਾ ਹੀ ਹੈ ਕਿ ਝੋਨੇ ਲਈ ਕਿੰਨਾ ਪਾਣੀ ਲੱਗਦਾ। ਜਿਸ ਤਰ੍ਹਾਂ ਸਾਡੇ ਪੰਜਾਬ ਦੀ ਧਰਤੀ ਦਾ ਪਾਣੀ ਜਿੰਨਾ ਡੂੰਘਾ ਹੋ ਰਿਹਾ ਹੈ, ਲੋਕਾਂ ਨੇ ਹੋਰ ਡੂੰਘੇ ਬੋਰ ਲਗਾਉਣੇ ਸ਼ੁਰੂ ਕਰਤੇ, ਹੋਰ ਡੂੰਘੇ ਟਿਊਬਵੈੱਲ ਲਗਾ ਰਹੇ ਆ। ਇਹ ਗਰਾਊਂਡ ਲੈਵਲ, ਜਿਹੜਾ ਗਰਾਊਂਡ ਵਾਟਰ ਲੈਵਲ ਹੈ, ਐਨ ਘਟ ਰਿਹਾ ਹੈ ਸਾਡੇ ਕੋਲ। ਪਰ ਹੁਣ ਦੇਖੋ, ਪੰਜਾਬ ਵਿੱਚ 70% ਜਿਹੜੀ ਖੇਤੀ ਹੈ ਝੋਨੇ ਦੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਜੋ ਪਰਾਲੀ ਬਚਦੀ ਹੈ ਉਸਨੂੰ ਕਿਸਾਨ ਕੀ ਕਰਦੇ ਹਨ? ਅੱਗ ਲਗਾ ਦਿੰਦੇ ਹਨ, ਜਿਸ ਦੇ ਨਾਲ ਜਿਹੜਾ ਪ੍ਰਦੂਸ਼ਣ ਹੈ ਬਹੁਤ ਜ਼ਿਆਦਾ ਫੈਲ ਰਿਹਾ ਹੈ। ਕੁਝ ਸਾਲਾਂ ਤੋਂ ਇਹ ਪ੍ਰੋਬਲਮ ਬਹੁਤ ਵੱਡਾ ਕਾਰਨ ਬਣੀ ਹੋਈ ਹੈ। ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਫਿਰ ਅਸੀਂ ਫਰਟੀਲਾਈਜ਼ਰਸ ਲਗਾਵਾਂਗੇ, ਫਿਰ ਅਸੀਂ ਕੈਮੀਕਲ ਲਗਾਵਾਂਗੇ, ਫਿਰ ਉਹੀ ਅਸੀਂ ਖਾਵਾਂਗੇ ਤੇ ਬਾਅਦ ਵਿੱਚ ਉਸੇ ਮਿੱਟੀ ਤੋਂ ਅਸੀਂ ਵਧੀਆ ਫਸਲ ਪਾਉਣ ਲਈ ਕੈਮੀਕਲਸ ਦੀ ਵਰਤੋਂ ਕਰਦੇ ਹਾਂ। ਪਰ ਸਰਕਾਰ ਨੇ ਇਹ ਪਰਾਲੀ ਦੀ ਸਮੱਸਿਆ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਖੋਲੇ ਹੋਏ ਆ। ਜਗ੍ਹਾ ਜਗ੍ਹਾ ਕ੍ਰਿਸ਼ੀ ਵਿਗਿਆਨ ਕੇਂਦਰ ਖੋਲੇ ਹੋਇਆ। ਤੁਸੀਂ ਪੁੱਛ ਸਕਦੇ ਹੋ ਕਿ ਇਹਦਾ ਯੂਜ਼ ਕਿਆ ਹੈ, ਸਾਨੂੰ ਮਸ਼ੀਨਸ ਪ੍ਰੋਵਾਈਡ ਕਰਵਾਓ। ਅਸੀਂ ਖੁਦ ਲੇਬਰ, ਤੁਸੀਂ ਖੁਦ এনवायरमेंट ਲਈ ਖੁਦ ਲੇਬਰ ਲਗਾ ਸਕਦੇ ਹੋ, ਥੋੜੇ ਜਿਹੇ ਪੈਸੇ ਦੀ ਖੁਦ ਕਰ ਸਕਦੇ ਹੋ ਕੰਮ। ਅਗਰ ਤੁਸੀਂ ਕਹਿੰਦੇ ਹੋ ਸਰਕਾਰ ਤੁਹਾਨੂੰ ਮਸ਼ੀਨਸ ਨਹੀਂ ਪ੍ਰੋਵਾਈਡ ਕਰ ਰਹੀ, ਤਾਂ এনवायरमेंट ਦੇ ਪ੍ਰਤੀ ਤੁਸੀਂ ਉਹ ਨਹੀਂ ਕਰ ਸਕਦੇ, ਥੋੜੀ ਜਿਹੀ ਲੇਬਰ ਲਾ ਦਿਓ ਜਾਂ ਖੁਦ ਕਰ ਲਓ। ਕਿਉਂਕਿ ਸਾਡੇ ਜਿਹੜੇ ਕਿਸਾਨ ਹੈਗੇ ਆ ਪੰਜਾਬ ਦੇ ਵਿੱਚ, ਜ਼ਿਆਦਾਤਰ 1 ਹੇਕਟਰ ਤੋਂ ਘੱਟ ਹੀ ਜ਼ਮੀਨ ਹੈ ਸਾਰਿਆਂ ਕੋਲ। ਹੁਣ ਅਸੀਂ ਬਚੀ ਹੋਈ ਪਰਾਲੀ ਨੂੰ ਵੇਚ ਕੇ ਜਿਹੜੇ ਹੈਗੇ ਆ ਥਰਮਲ ਪਾਵਰ ਪਲਾਂਟ, ਮਸ਼ਰੂਮ ਦੀ ਕਾਸ਼ਤ ਵਿੱਚ ਪਸ਼ੂਆਂ ਲਈ ਬਿਸਤਰੇ ਬਣਾ ਸਕਦੇ ਹਾਂ, ਬੈਗਸ ਬਣਾ ਸਕਦੇ ਹਾਂ, ਅਸੀਂ ਕਾਗਜ਼ ਉਤਪਾਦਨ ਦੇ ਲਈ ਵਰਤੋਂ ਕਰ ਸਕਦੇ ਹਾਂ ਇਸ ਚੀਜ਼ ਨੂੰ। ਅਸੀਂ ਸਟੋਪ ਦ ਪ੍ਰੈਕਟਿਸ ਆਫ ਸਟਬਲ ਬਰਨਿੰਗ। It is used as the fodder for animals. ਅਸੀਂ ਬਿਸਤਰੇ ਦੇ ਚਾਰੇ ਦੇ ਤੌਰ ਤੇ ਇਹਨੂੰ ਯੂਜ਼ ਕਰ ਸਕਦੇ ਹਾਂ। Thank you to all for everyone present here. ਕੋਈ ਕੁਐਸਚਨ ਪੁੱਛਣਾ ਚਾਹੁੰਦਾ ਹੋਵੇ ਜੋ ਮੇਰੇ ਮੇਨ ਟੌਪਿਕ ਸੀਗੇ? Thanks, Damini. Students, if you have any query, you can ask us. Okay, so let us give our coming generations a healthier and happier environment to have a beautiful life. At last, I would like to say that it is not yours, not mine. It is ours. So protect our motherland who nourished us. Happy World's Environment Day. Students, please turn on your cameras so that we can take group photo. Students, please turn on your camera so that we can take group photo.
Ready, everyone? I'm going to click it. Saurav, you're not visible. Okay, great. I'm going to click it. Everybody, please be ready. Smile and go. हाँ जी ठीक है ओके डन I really appreciated the time that you spent with us today. Thank you for joining us. You can leave now. Okay, let's nurture the nature so that we can have a better future. With this beautiful quote, good evening to one and all present here. Myself, Lishika, from class BSc, and I'm studying at BAM Khalsa College, Garshankar. Today we are here to celebrate most important day, that is World Environment Day, which is on 5th June. I have especially selected this topic because of much importance of it for our better future of living and consumption. World Environment Day is the United Nations principal value for encouraging worldwide awareness and action for the environment. It also serves as the People's Day for doing something positive for the environment. It is an opportunity for everyone to realize the responsibility to take care for the earth and to become the agents of earth. Now, what is environment? It is a collection of physical, chemical, biological, economical, political, and social factors. All other animals live in a place where they can, but we humans have changed the environment as we move on. This is the main reason which affects our environment. This day addresses the issues forced by every environmental factor: water, ocean, river, animals, etc. Overpollution, deforestation, and all the current issues affecting our environment day by day. Water, the most exploited natural sources, that is water, the auxiliary of life. Less than 3% of the world's water is fresh, that is drinkable, from which 2.5% is frozen in the Antarctica and glaciers. Humanity must therefore rely on 0.5% for all of man's ecosystem and fresh water needs. Now next is food. 1.3 billion tons of food is wasted every year, while almost 1 billion people go undernourished and another 1 billion hungry. Overconsumption of food is detrimental to our health and the environment. 1.5 people globally are overweight or obese. Now, what can I do to save the environment? Before consuming anything, think twice whether it is necessary. Use only judicious amount of natural resources. Wherever possible, reduce the use. Avoid the wastage. Completely avoid one-time usage items. Before leaving a room, switch off the fans and lights. Attend the pipe leaks immediately. Do not waste food. Avoid using plastic bags. Use public transport systems. Plant more number of trees and take care of them. Now, this lady was a part of Green Belt movement. In Kenya, ladies were asked to plant trees. For each tree, $1 was given.
This created lush greenery in many places. She was instrumental in planting more than 1 crore trees. She was awarded Nobel Prize for winner for peace. Now, this was another lady. With her husband Chikanna, they have planted more than 1 lakh trees in the Hulikal village, Karnataka. This took them almost 25 years. Even after demise of her husband, she continues the work. Now, the events associated with World Environment Day. First is Eco Action Day. It is celebrated since 2007 in Singapore to inspire individuals to reduce energy use at the workplace. India has also hosted World Environment Day 2011 in New Delhi with the theme Forest, Nature at Our Service. Now, at last, I would like to say that act now for better tomorrow. Thank you. Have a nice day. ਵਰਲਡ ਇਨਵਾਇਰਨਮੈਂਟ ਡੇ ਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਵਰਲਡ ਇਨਵਾਇਰਨਮੈਂਟ ਡੇ 5 ਜੂਨ ਨੂੰ ਮਨਾਇਆ ਜਾਂਦਾ। ਇਸ ਦੀ ਸ਼ੁਰੂਆਤ ਯੂਨਾਈਟਿਡ ਸਟੇਟ ਨੇ ਕੀਤੀ ਸੀ। ਸਭ ਤੋਂ ਪਹਿਲੀ ਵਾਰੀ ਇਹ ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿੱਚ ਹੋਈ ਸੀ। ਪਹਿਲੀ ਵਾਰ ਇਹ ਸੰਮੇਲਨ 1972 ਵਿੱਚ ਹੋਇਆ ਸੀ। ਤੇ ਜਦੋਂ 1972 ਦੇ ਵਿੱਚ ਹੋਇਆ ਸੀ ਉਸ ਟਾਈਮ 119 ਦੇਸ਼ਾਂ ਨੇ ਇਸ ਵਿੱਚ ਭਾਗ ਲਿਆ ਸੀ। ਉੱਨੀ ਸੌ 72 ਦੇ ਵਿੱਚ ਜਦੋਂ ਇਹ ਮਨਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਭਾਰਤ ਦੀ ਜਿਹੜੀ ਉਸ ਟਾਈਮ ਦੀ ਮੌਜੂਦਾ ਪ੍ਰਧਾਨ ਮੰਤਰੀ ਸੀ ਉਹ ਸੀ ਇੰਦਰਾ ਗਾਂਧੀ। ਉਹਨਾਂ ਨੇ ਭਾਰਤ ਦੀ ਪ੍ਰਕਿਰਤੀ ਤੇ ਵਾਤਾਵਰਣ ਦੇ ਲਈ ਆਪਣੀ ਚਿੰਤਾ ਨੂੰ ਜਤਾਇਆ ਸੀ। ਇਸ ਤੋਂ ਬਾਅਦ ਹੀ ਇਸ ਤੋਂ ਬਾਅਦ ਹੀ 19 ਨਵੰਬਰ 1986 ਨੂੰ ਭਾਰਤ ਵਿੱਚ ਵਾਤਾਵਰਣ ਦਿਵਸ ਦੇ ਲਈ ਵਾਤਾਵਰਣ ਸੁਰੱਖਿਆ ਐਕਟ ਪਾਸ ਕੀਤਾ ਗਿਆ ਸੀ। ਮੀਨਸ ਯੂਨਾਈਟਿਡ ਸਟੇਟ ਨੇ 1972 ਦੇ ਵਿੱਚ ਇਸ ਨੂੰ ਸਟਾਰਟ ਕਰ ਦਿੱਤਾ ਸੀਗਾ, ਪਰ ਇੰਡੀਆ ਦੇ ਵਿੱਚ 1986 ਨੂੰ ਐਕਟ ਪਾਸ ਕੀਤਾ ਸੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ। ਹਰ ਸਾਲ ਪੋਲਿਊਸ਼ਨ ਦੇ ਕਾਰਨ ਸਾਹ ਦੀ ਬਿਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਆ, ਜਿਹੜੇ ਕਿ ਵਾਤਾਵਰਣ ਨੂੰ ਗੰਦਾ ਕਰਦੇ ਆ, ਪੋਲਿਊਸ਼ਨ ਫੈਲਾਉਂਦੇ ਆ। ਇੱਕ ਰਿਪੋਰਟ ਦੇ ਅਨੁਸਾਰ 1.2 ਮਿਲੀਅਨ ਲੋਕ ਹਵਾ ਪ੍ਰਦੂਸ਼ਣ ਨਾਲ ਆਪਣੀ ਜਾਨ ਗਵਾ ਬੈਠਦੇ ਆ। ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲਾ ਦੇਸ਼ ਆਪਣਾ ਭਾਰਤ ਹੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਬਿਆਨ ਆਇਆ ਸੀ ਕਿ 20 ਵਿੱਚੋਂ 15 ਟੌਪ ਮੋਸਟ ਪੋਲਿਊਟਡ ਜਿਹੜੀ ਸਿਟੀ ਆ ਉਹ ਆਪਣੇ ਇੰਡੀਆ ਦੇ ਵਿੱਚ ਆ, ਤੇ ਸਭ ਤੋਂ ਵੱਧ ਪੋਲਿਊਟਡ ਸ਼ਹਿਰ ਡਿਸਟ੍ਰਿਕਟ ਜਿਹੜਾ ਆ ਉਹ ਗਾਜ਼ੀਆਬਾਦ ਦਾ ਆਪਣੇ ਇੰਡੀਆ ਦੇ ਵਿੱਚ। ਇਹ ਤਾਂ ਇਕੱਲਾ ਹਵਾ ਪ੍ਰਦੂਸ਼ਣ ਦੇ ਬਾਰੇ ਹੀ ਆ। ਇਸ ਤੋਂ ਇਲਾਵਾ ਵੀ ਹੋਰ ਕਈ ਪੋਲਿਊਸ਼ਨ ਆ, ਜਿਵੇਂ ਵਾਟਰ ਪੋਲਿਊਸ਼ਨ, ਸੋਇਲ ਪੋਲਿਊਸ਼ਨ, ਕਲਾਈਮੇਟ ਚੇਂਜ, ਡਿਫੋਰਸਟ੍ਰੇਸ਼ਨ, ਇਸ ਤਰ੍ਹਾਂ ਦੇ ਕਈ ਹੋਰ ਪ੍ਰਦੂਸ਼ਣ ਆ ਜਿਹੜੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਆ, ਗੰਦਾ ਕਰਦੇ ਆ। ਅੱਜ ਜਿੱਥੇ ਅਸੰਤੁਲਿਤ ਵਿਕਾਸ, ਅੱਤਵਾਦ ਤੇ ਵੱਧ ਰਹੀ ਆਬਾਦੀ ਦੁਨੀਆ ਭਰ ਲਈ ਗੰਭੀਰ ਚੁਣੌਤੀਆਂ ਹਨ, ਉੱਥੇ ਪ੍ਰਦੂਸ਼ਣ ਵੀ ਮਨੁੱਖੀ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣ ਕੇ ਖੜਿਆ ਹੈ। ਸੰਤੁਲਿਤ ਵਾਤਾਵਰਣ ਦੇ ਨਾਲ ਹੀ ਜੀਵਨ ਦਾ ਵਿਕਾਸ ਸੰਭਵ ਹੈ, ਤੇ ਜਦੋਂ ਇਹ ਸੰਤੁਲਨ ਵਿਗੜ ਗਿਆ ਤਾਂ ਵਿਕਾਸ ਮਨੁੱਖਤਾ ਦੀ ਮੌਤ
ਤੇ ਇਹਦੇ ਮੰਜ਼ਿਲ ਨਜ਼ਰ ਆਉਣਗੇ, ਜਦੋਂ ਕਿ ਹੁਣ ਅਜਿਹਾ ਵੀ ਹੋ ਰਿਹਾ, ਕਈ ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਅਜਿਹਾ ਨਹੀਂ ਕਿ ਅਸੀਂ ਧਰਤੀ ਤੇ ਹੋ ਰਹੇ ਬਦਲਾਅ ਨੂੰ ਨਹੀਂ ਦੇਖ ਰਹੇ ਤੇ ਕੀ ਪੈ ਰਿਹਾ ਤੇ ਮਨੁੱਖ ਤੇ ਕੀ ਪੈ ਰਿਹਾ। ਹਵਾ, ਪਾਣੀ ਤੇ ਮਿੱਟੀ ਆਦਿ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਆ। ਅਜਿਹਾ ਇੱਕ ਮੁਲਕ ਦੇ ਵਿੱਚ ਨਹੀਂ ਹੁੰਦਾ, ਸਗੋਂ ਪੂਰੀ ਦੁਨੀਆ ਦੇ ਵਿੱਚ ਇਹੀ ਹਾਲਤ ਆ। ਅੱਜ ਦੁਨੀਆ ਦੇ 70% ਜਿਹੜੇ ਪਾਣੀ ਦੇ ਸੋਮੇ ਆ, ਉਹਨਾਂ ਵਿੱਚ ਕਾਰਖਾਨਿਆਂ ਦੇ ਰਸਾਇਣਿਕ ਆ ਰਹੇ, ਉਹਦੇ ਨਾਲ ਉਹ ਪਾਣੀ ਜ਼ਹਿਰੀਲਾ ਹੋ ਗਿਆ। ਪਾਣੀ ਵਿੱਚ ਜਿਹੜੀ ਜ਼ਹਿਰ ਦੀ ਮਾਤਰਾ ਉਹ ਇੰਨੀ ਜ਼ਿਆਦਾ ਆ ਕਿ ਪਾਣੀ ਵੀ ਉਸ ਨੂੰ ਖਤਮ ਨਹੀਂ ਕਰ ਪਾ ਰਿਹਾ। ਪਾਣੀ ਦਾ ਜਿਹੜਾ ਸਭ ਤੋਂ ਵੱਡਾ ਸੋਮਾ ਆ ਸਮੁੰਦਰ, ਉਹਦੇ ਵਿੱਚ ਵੀ ਅੱਜ ਕੱਲ੍ਹ ਤੇਲ ਸਿੱਟਣਾ, ਬੰਬ ਧਮਾਕੇ, ਮਿਸਾਈਲਾਂ, ਹੋਰ ਕਰੋੜਾਂ ਜਿਹੜਾ ਕੂੜਾ ਕਰਕਟ ਆ ਉਹ ਉਸ ਦੇ ਵਿੱਚ ਸੁੱਟਿਆ ਜਾ ਰਿਹਾ, ਜਿਸ ਨਾਲ ਸਮੁੰਦਰੀ ਬਨਸਪਤੀ ਤੇ ਜੀਵ ਜੰਤੂਆਂ ਦੀ ਹੋਂਦ ਖਤਰੇ ਵਿੱਚ ਹੈ। ਤੇ ਇਹ ਅਜਿਹਾ ਹੀ ਬੁਰਾ ਹਾਲ ਜੰਗਲ ਦੀ ਕਟਾਈ, ਉਦਯੋਗਿਕ ਮਕਾਨਾਂ ਦੇ ਨਿਰਮਾਣ ਤੇ ਧਰਤੀ ਤੇ ਵਾਤਾਵਰਣ ਦੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਉਦਯੋਗਿਕ ਧੂਆਂ ਤੇ ਗੈਸ ਆਦਿ ਹਵਾ ਪ੍ਰਦੂਸ਼ਣ ਲਈ ਵੀ ਹਾਨੀਕਾਰਕ ਪੱਧਰ ਤੇ ਇਹ ਬਹੁਤ ਜ਼ਿਆਦਾ ਭੂਮਿਕਾ ਨਿਭਾ ਰਹੇ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਨਤੀਜੇ ਵਜੋਂ ਧਰਤੀ ਦੇ ਸੁਰੱਖਿਆ ਕਵਚ ਓਜ਼ੋਨ ਪਰਤ ਦਾ ਸੁਰਾਖ, ਗਲੇਸ਼ੀਅਰਸ ਦਾ ਪਿਘਲਣਾ, ਚਟਾਨਾਂ ਦਾ ਡਿੱਗਣਾ, ਇਸ ਨਾਲ ਸਾਡਾ ਵਾਤਾਵਰਣ ਕਾਫੀ ਖਰਾਬ ਹੋ ਚੁੱਕਾ ਹੈ। ਤੇ ਮਨੁੱਖ ਉਹਨਾਂ ਤੋਂ ਫਿਰ ਪਹਿਲਾਂ ਵਾਲੀ ਹਾਲਤ ਵਿੱਚ ਲਿਆਉਣ ਲਈ ਕੁਝ ਨਹੀਂ ਕਰ ਰਿਹਾ ਤੇ ਨਾ ਹੀ ਉਸ ਦੇ ਬਾਰੇ ਕੁਝ ਸੋਚ ਰਿਹਾ ਹੈ। ਹਰ ਸਾਲ ਗਰਮੀ, ਸੋਕਾ, ਸੁਨਾਮੀ ਤੇ ਚੱਕਰਵਾਤ, ਹੜ੍ਹ ਆਦਿ ਆਉਂਦੇ ਹਨ, ਜਿਸ ਨਾਲ ਧਰਤੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਸਾਨੂੰ ਇਹ ਜ਼ਰੂਰਤ ਹੈ ਕਿ ਸਿਰਫ 5 ਜੂਨ ਨੂੰ ਹੀ ਨਹੀਂ, ਬਲਕਿ ਸਾਡਾ ਹਰ ਦਿਨ ਵਾਤਾਵਰਣ ਦਿਵਸ ਹੋਣਾ ਚਾਹੀਦਾ ਹੈ ਤੇ ਸਾਨੂੰ ਧਰਤੀ ਦੇ ਲਈ, ਉਸ ਨੂੰ ਬਚਾਉਣ ਦੇ ਲਈ ਕੁਝ ਨਾ ਕੁਝ ਉਪਰਾਲੇ ਕਰਨੇ ਚਾਹੀਦੇ ਹਨ, ਕਿਉਂਕਿ ਨਹੀਂ ਤਾਂ ਹੁਣ ਅਸੀਂ ਦੇਖਿਆ ਹੀ ਹੈ ਕਿ ਧਰਤੀ ਤੋਂ ਕਈ ਜੀਵਾਂ, ਜਾਨਵਰਾਂ ਤੇ ਕੀਮਤੀ ਨਸਲਾਂ ਗਾਇਬ ਹੋ ਚੁੱਕੀਆਂ ਹਨ। ਅਜਿਹੇ ਕਈ ਜਾਨਵਰ ਹਨ ਜਿਹੜੇ ਕਿ ਅਲੋਪ ਹੋ ਚੁੱਕੇ ਹਨ, ਉਹਨਾਂ ਦੀਆਂ ਪ੍ਰਜਾਤੀਆਂ ਨਹੀਂ ਹਨ। ਜਿਸ ਤਰ੍ਹਾਂ ਅਸੀਂ ਆਪਣੇ ਭੈਣ ਭਰਾ, ਮਾਤਾ ਪਿਤਾ ਸਾਡੇ ਆਪਣੇ ਬੱਚਿਆਂ ਦਾ ਪੜ੍ਹਾਈ ਲਿਖਾਈ ਤੇ ਆਰਥਿਕ ਸੁਰੱਖਿਆ ਦੇ ਲਈ ਪ੍ਰਬੰਧ ਕਰਦੇ ਰਹਿੰਦੇ ਹਨ, ਮੀਨਸ ਜਿੱਦਾਂ ਕੋਈ ਪੇਰੈਂਟਸ ਆ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾ ਰਿਹਾ, ਠੀਕ ਹੈ, ਉਹਨਾਂ ਤੇ ਕੀ ਖਰਚ ਕਰ ਰਿਹਾ, ਉਹਨਾਂ ਨੂੰ ਉਹਦੀਆਂ ਸਾਰੀਆਂ ਸਹੂਲਤਾਂ ਦੇ ਰਿਹਾ, ਉਸੇ ਤਰ੍ਹਾਂ ਹੀ ਸਾਨੂੰ ਆਪਣੇ ਵਾਤਾਵਰਣ ਨੂੰ ਵੀ ਸਾਫ਼ ਸੁਥਰਾ ਤੇ ਸਿਹਤਮੰਦ ਰੱਖਣ ਦੀ ਜ਼ਰੂਰਤ ਹੈ ਤੇ ਸਾਨੂੰ ਇਹ ਯਤਨ ਕਰਨੇ ਪੈਣੇ ਹਨ। ਜੇ ਨਹੀਂ ਕੀਤਾ ਗਿਆ ਤਾਂ ਸਾਡਾ ਜੀਵਨ ਲੰਬੇ ਸਮੇਂ ਤੱਕ ਸੰਭਵ ਨਹੀਂ ਹੈ। ਇਸ ਲਈ ਹਰੇਕ ਸ਼ਹਿਰ, ਹਰੇਕ ਦੇਸ਼ ਦੇ ਵਿੱਚ ਸਾਨੂੰ ਇਹਨਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਅਸੀਂ ਹੁਣ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਨਾ ਰੱਖਿਆ ਗਿਆ ਤਾਂ ਆਉਣ ਵਾਲੇ ਭਵਿੱਖ ਖਤਰੇ ਵਿੱਚ ਹੋਵੇਗਾ। ਤੇ ਸਾਨੂੰ ਇਹ ਸਰਕਾਰ ਤੋਂ ਵੀ ਮੰਗ ਕਰਨੀ ਚਾਹੀਦੀ ਹੈ ਕਿ ਉਹ ਜਿਹੜੇ ਪ੍ਰਦੂਸ਼ਣ ਫੈਲਾ ਰਹੇ ਫੈਕਟਰੀਆਂ, ਉਹਨਾਂ ਤੇ ਕੰਟਰੋਲ ਕਰੇ ਤਾਂ ਜੋ ਉਹ ਵਾਤਾਵਰਣ ਨੂੰ ਜ਼ਿਆਦਾ ਦੂਸ਼ਿਤ ਨਾ ਕਰ ਸਕੇ। ਦੂਜੀ ਗੱਲ, ਨਦੀਆਂ ਨਾਲਿਆਂ ਵਿੱਚ ਇਕੱਲਾ ਫੈਕਟਰੀਆਂ ਤੋਂ ਹੀ ਪਾਣੀ ਨਹੀਂ ਆ ਰਿਹਾ, ਬਾਕੀ ਪਿੰਡਾਂ ਦੀ ਰਹਿੰਦ ਖੂੰਹਦ, ਸ਼ਹਿਰਾਂ ਦੀ ਰਹਿੰਦ ਖੂੰਹਦ, ਇਹ ਸਾਰੇ ਵੀ
ਪਾਣੀ ਨੂੰ ਖਰਾਬ ਕਰ ਰਹੇ ਹਨ। ਵਿਅਕਤੀ, ਪਰਿਵਾਰ ਤੇ ਸਟੇਟਸ ਨੂੰ ਚਾਹੀਦਾ ਹੈ ਕਿ ਕੁਦਰਤ ਤੋਂ ਉਨਾ ਹੀ ਲਿਆ ਜਾਵੇ ਜਿੰਨਾ ਅਸੀਂ ਉਸ ਨੂੰ ਮੋੜ ਸਕਦੇ ਹਾਂ, ਕਿਉਂਕਿ ਜੇ ਅਸੀਂ ਕੁਦਰਤ ਨਾਲੋਂ ਕੁਝ ਜ਼ਿਆਦਾ ਲਵਾਂਗੇ ਤਾਂ ਉਹ ਕੱਲ ਨੂੰ ਸਾਡੇ ਮੌਤ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਸਾਨੂੰ ਆਪਣੀ ਲੋੜ ਅਨੁਸਾਰ ਹੀ ਚੀਜ਼ਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਹੁਣ ਤੁਹਾਨੂੰ ਦੱਸੂਗੇ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਹੁਣ ਉਹ ਤੁਹਾਨੂੰ ਦੱਸੂਗੇ ਵਰਲਡ ਇਨਵਾਇਰਨਮੈਂਟ ਡੇ ਤੇ ਕੁਝ ਆਪਣੇ ਵਿਚਾਰ। ਧੰਨਵਾਦ। ਥੈਂਕ ਯੂ ਭਾਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਵੈਲਕਮ ਕਰਦੀ ਹਾਂ। ਅੱਜ ਦਾ ਸਾਡਾ ਵਿਸ਼ਾ ਹੈ ਵਿਸ਼ਵ ਵਾਤਾਵਰਣ ਦਿਵਸ। ਵਿਸ਼ਵ ਵਾਤਾਵਰਣ ਦਿਵਸ ਹਰ ਸਾਲ ਪੂਰੇ ਵਿਸ਼ਵ ਵਿੱਚ 5 ਜੂਨ ਨੂੰ ਮਨਾਇਆ ਜਾਂਦਾ ਹੈ। ਸਾਲ 1972 ਵਿੱਚ ਸੰਯੁਕਤ ਵਾਤਾਵਰਣ ਬਾਰੇ ਅਤੇ ਮਨੁੱਖੀ ਵਾਤਾਵਰਣ ਬਾਰੇ 5 ਜੂਨ ਤੋਂ 16 ਜੂਨ ਤੱਕ ਇੱਕ ਕਾਨਫਰੰਸ ਕੀਤੀ ਗਈ ਸੀ। ਉਸ ਤੋਂ ਬਾਅਦ ਹੀ ਹਰ ਸਾਲ 5 ਜੂਨ ਨੂੰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੁਆਰਾ ਵੱਖ-ਵੱਖ ਥੀਮ ਦੇ ਅਨੁਸਾਰ ਇਹ ਦਿਨ ਮਨਾਇਆ ਜਾਣ ਲੱਗਾ। ਇਹ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਦੁਆਰਾ ਚਲਾਇਆ ਜਾਂਦਾ ਹੈ। ਵਿਸ਼ਵ ਵਾਤਾਵਰਣ ਦਿਵਸ ਵਾਤਾਵਰਣ ਤੇ ਧਿਆਨ ਕੇਂਦਰਿਤ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਦਿਨ ਹੈ। ਇਹ ਦਿਨ 1972 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਸਥਾਪਿਤ ਕੀਤਾ ਗਿਆ ਸੀ। ਵਿਸ਼ਵ ਵਾਤਾਵਰਣ ਦਿਵਸ 100 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਰਾਜਨੀਤਿਕ ਤੇ ਜਨਤਕ ਜੀਵਨ ਵਿੱਚ ਇਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦਾ ਮੁੱਖ ਉਦੇਸ਼ ਕੁਦਰਤ ਅਤੇ ਧਰਤੀ ਦੀ ਸੁਰੱਖਿਆ ਕਰਨਾ ਅਤੇ ਵਾਤਾਵਰਣ ਵਿੱਚ ਸੁਧਾਰ ਕਰਨਾ ਹੈ। ਇਸ ਮੌਕੇ ਵਿਸ਼ਵ ਭਰ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਸਾਡਾ ਵਾਤਾਵਰਣ ਇਸ ਧਰਤੀ ਉੱਤੇ ਜੀਵਤ ਰਹਿਣ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਹੈ। ਇਸ ਤੋਂ ਇਲਾਵਾ ਇਹ ਇੱਕੋ ਇੱਕ ਚੀਜ਼ ਹੈ ਜੋ ਜ਼ਿੰਦਗੀ ਨੂੰ ਟਿਕਾਊ ਬਣਾ ਸਕਦੀ ਹੈ। ਇਸ ਦੇ ਬਗੈਰ ਅਸੀਂ ਇੱਕ ਦਿਨ ਵੀ ਨਹੀਂ ਜੀ ਸਕਦੇ। ਉਦਾਹਰਣ ਵਜੋਂ ਜੇ ਵਾਤਾਵਰਣ ਸੰਤੁਲਿਤ ਵਿੱਚ ਨਾ ਹੋਵੇ ਤਾਂ ਸਾਡੀ ਰਹੇਗੀ, ਸਾਡਾ ਬਲੱਡ ਪ੍ਰੈਸ਼ਰ ਵਧੇਗਾ, ਸਾਡੇ ਕੋਲ ਬਚਣ ਲਈ ਭੋਜਨ ਅਤੇ ਪਾਣੀ ਨਹੀਂ ਹੋਵੇਗਾ ਅਤੇ ਅਸੀਂ ਹੋਰ ਵੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਕਰੀਏ ਅਤੇ ਉਹਨਾਂ ਸਾਰੇ ਸ਼ੋਸ਼ਣਾਂ ਨੂੰ ਤਿਆਗ ਦਈਏ ਜੋ ਇਸ ਨੂੰ ਖਤਰੇ 'ਚ ਪਾਉਣ ਦਾ ਕਾਰਨ ਬਣਦੇ ਹਨ। ਇਸ ਦਿਨ ਅਸੀਂ ਵਾਤਾਵਰਣ ਅਤੇ ਇਸ ਨੂੰ ਬਚਾਉਣ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਂਦੇ ਹਾਂ। ਇਸ ਤੋਂ ਇਲਾਵਾ ਹਰਿਆਲੀ ਅਤੇ ਵਾਤਾਵਰਣ ਤੇ ਕੁਦਰਤ ਦੀ ਸੰਭਾਲ ਲਈ ਵਕਾਲਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਅੱਜ ਵਾਤਾਵਰਣ ਦੀ ਸੁਰੱਖਿਆ ਕਰਾਂਗੇ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੰਦਰੁਸਤ ਜ਼ਿੰਦਗੀ ਜਿਉਣ ਦੇ ਯੋਗ ਹੋਣਗੀਆਂ। ਵਿਸ਼ਵ ਵਾਤਾਵਰਣ ਦਿਵਸ ਸਾਨੂੰ ਵਿਸ਼ਵ ਨੂੰ ਮਜ਼ਬੂਤ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਕੁਦਰਤ ਨੂੰ ਹਰ ਕੀਮਤ ਤੇ ਸੁਰੱਖਿਅਤ ਰੱਖਣ ਦੀ ਯਾਦ ਦਿਵਾਉਂਦਾ ਹੈ। ਇਹ ਉਹਨਾਂ ਕਾਰਨਾਂ ਤੇ ਚਾਨਣਾ ਪਾਉਂਦਾ ਹੈ ਜੋ ਸਾਡੇ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀਆਂ ਹਨ। ਉਦਾਹਰਣ ਵਜੋਂ ਉਦਯੋਗ ਅਤੇ ਫੈਕਟਰੀਆਂ ਪ੍ਰਦੂਸ਼ਣ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾ ਰਹੀਆਂ ਹਨ। ਉਹ ਹਵਾ ਅਤੇ ਪਾਣੀ ਦੀ ਗੁਣਵੱਤਾ ਨੂੰ ਘਟਾ ਰਹੇ ਹਨ। ਇਸ ਤਰ੍ਹਾਂ ਇਹ ਦਿਨ ਸਾਰੇ ਨਾਗਰਿਕਾਂ ਲਈ ਅੱਖਾਂ ਖੋਲ੍ਹਣ ਦਾ ਕੰਮ ਕਰਦਾ ਹੈ ਜੋ ਇਸ ਸਭ ਤੋਂ ਜਾਣੂ ਨਹੀਂ ਹੁੰਦੇ। ਸਿਰਫ ਇਹੀ ਨਹੀਂ, ਇਹ ਵਾਤਾਵਰਣ ਦੀ ਸੁਰੱਖਿਆ ਦੇ ਤਰੀਕਿਆਂ ਨੂੰ ਵਿਕਸਿਤ ਕਰਨ ਲਈ
ਕਿਰਿਆਸ਼ੀਲ ਏਜੰਟ ਬਣਨ ਦੀ ਤਾਕੀਦ ਕਰਦਾ ਹੈ ਅਤੇ ਇਹ ਹਰ ਇੱਕ ਨੂੰ ਆਪਣੇ ਆਸ-ਪਾਸ ਤੇ ਆਲੇ-ਦੁਆਲੇ ਨੂੰ ਸੁਰੱਖਿਅਤ ਅਤੇ ਸਾਫ਼ ਸੁਥਰਾ ਰੱਖਣ ਲਈ ਉਤਸ਼ਾਹਿਤ ਕਰਦਾ ਹੈ ਤਾਂ ਜੋ ਹਰ ਕੋਈ ਸਾਫ਼ ਸੁਥਰਾ, ਹਰਿਆਲੀ ਭਰਿਆ ਅਤੇ ਵਧੇਰੇ ਖੁਸ਼ਹਾਲ ਭਵਿੱਖ ਪ੍ਰਾਪਤ ਕਰ ਸਕੇ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਸਾਰਿਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਵਾਤਾਵਰਣ ਨੂੰ ਬਚਾਉਣ ਦੀ ਜੇ ਗੱਲ ਆਉਂਦੀ ਹੈ ਤਾਂ ਕੋਈ ਛੋਟਾ ਕੰਮ ਵੀ ਹੋਵੇ ਉਹ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਇੱਥੇ ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਕਿ ਜੀਵਨ ਨਿਰੋਗ ਅਵਸਥਾਵਾਂ ਅਤੇ ਗੰਦੇ ਪਾਣੀ ਦੇ ਕਾਰਨ ਪੈਦਾ ਹੁੰਦੀਆਂ ਹਨ। ਜਿਵੇਂ ਕਿ ਜਦੋਂ ਪਾਣੀ ਲੰਬੇ ਸਮੇਂ ਲਈ ਅਸ਼ੁੱਧ ਰਹਿੰਦਾ ਹੈ ਤਾਂ ਕਈ ਕੀੜੇ ਮਕੌੜੇ ਅਤੇ ਬੈਕਟੀਰੀਆ ਉੱਥੇ ਵਧਣ ਲੱਗਦੇ ਹਨ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਹੋਣ ਦਾ ਖਤਰਾ ਬਣ ਜਾਂਦਾ ਹੈ, ਜਿਵੇਂ ਕਿ ਮਲੇਰੀਆ, ਡੇਂਗੂ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਟੈਂਕੀਆਂ, ਬਰਤਨ, ਕੂਲਰ ਆਦਿ ਵੱਲ ਖਾਸ ਧਿਆਨ ਦਈਏ ਤਾਂ ਜੋ ਉਹਨਾਂ ਵਿੱਚ ਪਾਣੀ ਨਾ ਖੜ ਸਕੇ। ਇਸ ਤੋਂ ਇਲਾਵਾ ਕੂੜੇ ਦੇ ਸਹੀ ਤਰੀਕੇ ਨਾਲ ਨਿਕਾਸ ਕਰਨ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਖਾਸ ਕਰਕੇ ਸਾਡੇ ਦੇਸ਼ ਵਿੱਚ ਲੋਕ ਹਰ ਜਗ੍ਹਾ ਆਲੇ-ਦੁਆਲੇ ਕੂੜਾ ਕਰਕਟ ਸੁੱਟ ਦਿੰਦੇ ਹਨ। ਸਭ ਤੋਂ ਪਹਿਲਾਂ ਉਹਨਾਂ ਨੂੰ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨਾ ਆਉਣਾ ਚਾਹੀਦਾ ਹੈ ਤੇ ਉਸ ਅਨੁਸਾਰ ਹੀ ਉਸਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨਾ ਵੀ ਜ਼ਰੂਰੀ ਹੈ। ਅਸੀਂ ਕਿਸ ਤਰ੍ਹਾਂ ਵਿਸ਼ਵ ਵਾਤਾਵਰਣ ਦਿਵਸ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ ਅਤੇ ਇਸ ਦਿਨ ਕੀ ਕਰ ਸਕਦੇ ਹਾਂ। ਇਸ ਦਿਨ ਅਸੀਂ ਆਪਣੇ ਕੰਮ ਤੋਂ ਇੱਕ ਦਿਨ ਦੀ ਛੁੱਟੀ ਲੈ ਸਕਦੇ ਹਾਂ ਅਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਮੁਹਿੰਮਾਂ ਵਿੱਚ ਸ਼ਾਮਿਲ ਹੋ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਬੰਜਰ ਜ਼ਮੀਨ ਵਿੱਚ ਛੋਟੇ ਬੂਟੇ ਲਗਾ ਸਕਦੇ ਹਾਂ ਤਾਂ ਜੋ ਕੁਝ ਸਾਲਾਂ ਪਿੱਛੋਂ ਅਸੀਂ ਉਹਨਾਂ ਨੂੰ ਜ਼ਮੀਨੀ ਖੇਤਰ ਵਿੱਚ ਉਗਾ ਸਕੀਏ। ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰਨ ਲਈ ਵੱਖ-ਵੱਖ ਜਲੂਸਾਂ ਵਿੱਚ ਹਿੱਸਾ ਲੈ ਸਕਦੇ ਹਾਂ ਤਾਂ ਜੋ ਉਹ ਵੀ ਸਾਡੇ ਵਾਤਾਵਰਣ ਦੀ ਸੁਰੱਖਿਆ ਵਿੱਚ ਹਿੱਸਾ ਪਾ ਸਕਣ। ਇਸ ਤੋਂ ਇਲਾਵਾ ਸਕੂਲਾਂ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਢੰਗ ਦੱਸ ਸਕਦੇ ਹਨ ਅਤੇ ਉਹਨਾਂ ਨੂੰ ਵੱਖ-ਵੱਖ ਪ੍ਰਕਾਰ ਦੇ ਪੌਦਿਆਂ ਬਾਰੇ ਦੱਸ ਸਕਦੇ ਹਨ ਤੇ ਨਾਲ ਹੀ ਵਿਦਿਆਰਥੀਆਂ ਨੂੰ ਘਰੋਂ ਇੱਕ ਪੌਦਾ ਲਿਆਉਣ ਲਈ ਵੀ ਆਖ ਸਕਦੇ ਹਨ। ਅਤੇ ਜੇ ਸੰਭਵ ਹੋਵੇ ਤਾਂ ਸਾਰੇ ਜਾਣੇ ਆਪਣੇ ਜਨਮ ਦਿਨ ਜਾਂ ਫਿਰ ਕਿਸੇ ਹੋਰ ਸ਼ੁਭ ਦਿਨ ਦੇ ਮੌਕੇ ਤੇ ਇੱਕ ਰੁੱਖ ਜ਼ਰੂਰ ਲਗਾਵੋ, ਕਿਉਂਕਿ ਅਸੀਂ ਜਾਣਦੇ ਹਾਂ ਕਿ ਰੁੱਖ ਸਾਡੇ ਜੀਵਨ ਲਈ ਕਿੰਨੇ ਮਹੱਤਵਪੂਰਨ ਹਨ, ਜੋ ਸਾਨੂੰ ਸ਼ੁੱਧ ਹਵਾ ਤੇ ਆਕਸੀਜਨ ਪ੍ਰਦਾਨ ਕਰਦੇ ਹਨ। ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਵੀ ਉਪਹਾਰ ਅਤੇ ਅਸੀਸਾਂ ਸਾਨੂੰ ਕੁਦਰਤ ਵੱਲੋਂ ਦਿੱਤੀਆਂ ਜਾਂਦੀਆਂ ਹਨ, ਇਹ ਬਹੁਤ ਹੀ ਅਨਮੋਲ ਹਨ। ਇਹਨਾਂ ਨੂੰ ਹਮੇਸ਼ਾ ਹੀ ਸੰਭਾਲ ਕੇ ਰੱਖੋ। ਧੰਨਵਾਦ। ਥੈਂਕ ਯੂ ਜਸਪ੍ਰੀਤ ਜੀ। ਤਾਂ ਕਿਸੇ ਹੋਰ ਦਾ ਕੋਈ ਕੁਐਸਚਨ ਹੋ ਸਕਦਾ, ਕਿਸੇ ਨੇ ਕੁਝ ਪੁੱਛਣਾ ਹੋਵੇ। ਜੇਕਰ ਕਿਸੇ ਨੇ ਕੁਝ ਪੁੱਛਣਾ ਤਾਂ ਮਾਈਕ ਔਨ ਕਰ ਸਕਦਾ, ਦੈਨ ਸਾਰੇ ਲੀਵ ਕਰ ਸਕਦੇ ਆ। ਥੈਂਕ ਯੂ।